ਸਵਾਗਤ ਹੈ ਜੀ। ਮੈਂ ਸਮੀਪ ਸਿੰਘ ਗੁਮਟਾਲਾ ਅੱਜ ਤੁਹਾਡੇ ਨਾਲ ਇੱਕ ਵਿਸ਼ੇਸ਼ ਗੱਲਬਾਤ ਅਸੀਂ ਕਰਨ ਜਾ ਰਹੇ ਹਾਂ। ਸਿਫਤੀ ਦਾ ਘਰ, ਗੁਰੂ ਕੀ ਨਗਰੀ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਵਸਾਈ ਗਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ। ਅੱਜ ਅਸੀਂ ਉੱਥੇ ਇੱਕ ਆਪਣੇ ਵਿਸ਼ੇਸ਼ ਮਹਿਮਾਨ ਨਾਲ ਗੱਲਬਾਤ ਕਰਾਂਗੇ। ਕਹਿੰਦੇ ਨੇ ਕਿ ਜੋ ਸਾਡੀ ਉਮਰ ਵੱਧਦੀ ਹੈ, ਸਾਡੇ ਵਿੱਚ ਬੜਾ ਇਤਿਹਾਸ ਤੇ ਹੋਰ ਵੀ ਜਿਹੜੀ ਸਾਰੀ ਹਿਸਟਰੀ ਐਕਸਪੀਰੀਅੰਸ ਉਹ ਸਾਰਿਆਂ 'ਚ ਸਾਡੇ 'ਚ ਆਉਂਦਾ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਇੰਡੀਪੈਂਡੈਂਸ ਤੋਂ ਪਹਿਲਾਂ ਵੀ 1947 ਤੋਂ ਪਹਿਲਾਂ ਵੀ ਜਦੋਂ ਭਾਰਤ ਦੀ ਵੰਡ ਹੋਈ ਤੇ ਹੋਰ ਵੀ ਬੜੀਆਂ ਜਿਹੜੇ ਆਜ਼ਾਦੀ ਦੇ ਹੋਰ ਵੀ ਜਿਹੜੇ ਹਿਸਟਰੀ ਹੈ ਸਾਡੀ, ਉਹ ਹੁਣ ਬਹੁਤ ਸਾਰੇ ਘੱਟ ਲੋਕ, ਕਿਉਂਕਿ ਕਾਫੀ ਸਾਲ ਹੋ ਗਏ ਨੇ, ਤੇ ਉਹਨਾਂ ਵਿੱਚ ਅਸੀਂ ਕਿਸ ਤਰ੍ਹਾਂ ਜਿਹੜੇ ਲੋਕਾਂ ਨੂੰ ਪਾਕਿਸਤਾਨ ਆਏ ਜਾਂ ਬਹੁਤ ਲੋਕ ਵਿਦੇਸ਼ ਵੱਲ ਨੂੰ ਵੀ ਗਏ ਬ੍ਰਿਟਿਸ਼ ਵੇਲੇ, ਖਾਸ ਕਰਕੇ ਵਿਸ਼ਵ ਜੰਗਾਂ ਵੇਲੇ, ਤੇ ਉਸ ਤੋਂ ਪਹਿਲਾਂ ਵੀ ਜਿਹੜੇ ਉਹਨਾਂ ਦੇ ਅੰਡਰ ਕੰਮ ਕਰਦੇ ਸੀ, ਤੇ ਕਿਸ ਤਰ੍ਹਾਂ ਉਹ ਵਿਦੇਸ਼ ਵੱਲ ਨੂੰ ਗਏ। ਤੇ ਇਸੇ ਤਰ੍ਹਾਂ ਜਦੋਂ ਵੰਡ ਵੀ ਹੋਈ ਤੇ ਇੱਧਰ ਨੂੰ ਆਏ ਭਾਰਤ ਵੱਲ ਨੂੰ ਵੀ, ਤੇ ਕਿਸ ਤਰ੍ਹਾਂ ਉਹ ਪਹੁੰਚੇ, ਕਿੱਦਾਂ ਉਹਨਾਂ ਨੇ ਸਾਰੀ ਸੈਟਲਮੈਂਟ ਕੀਤੀ, ਤੇ ਇਹ ਸਾਰਾ ਅਸੀਂ ਬਹੁਤ ਹਿਸਟਰੀ ਵਿੱਚ ਪੜ੍ਹਦੇ ਵੀ ਰਹੇ ਹਾਂ, ਸੁਣਦੇ ਵੀ ਰਹੇ ਹਾਂ ਤੇ ਦੇਖਦੇ ਵੀ ਰਹੇ ਹਾਂ। ਇੱਕ ਐਸੀ ਜਗ੍ਹਾ ਜਿਸ ਦਾ ਕਿ ਅਸੀਂ ਬਹੁਤ ਹੀ ਘੱਟ ਸੁਣਿਆ ਵਾ, ਤੇ ਉਹ ਜਗ੍ਹਾ ਹੈ ਬਰਮਾ। ਬਰਮਾ, ਜੋ ਕਿ ਪਹਿਲਾਂ ਅਸੀਂ ਕਹਾਂਗੇ ਭਾਰਤ ਦਾ ਪਾਰਟ ਹੋਏਗਾ ਜਾਂ ਕਿਸ ਤਰ੍ਹਾਂ ਵੀ, ਇਹ ਅਸੀਂ ਹਿਸਟਰੀ ਜਾਣਾਂਗੇ ਅੱਜ ਆਪਣੇ ਮਹਿਮਾਨ ਕੋਲੋਂ। ਪਰ ਉੱਥੋਂ ਵੀ ਜਿਹੜੀ ਸਾਡੀ ਸਿੱਖ ਕਮਿਊਨਿਟੀ ਹੈ ਬਹੁਤ ਵੱਡੀ ਗਿਣਤੀ ਵਿੱਚ, ਜੇ ਸੀਗੀ ਜਾਂ ਹਾਲੇ ਵੀ ਹੈ, ਇਸ ਬਾਰੇ ਜਾਣਕਾਰੀ ਸਾਨੂੰ ਦੇਣਗੇ। ਪਰ ਇਸੇ ਤਰ੍ਹਾਂ ਅਸੀਂ ਜਾਣਾਂਗੇ ਕਿ ਕਿਸ ਤਰ੍ਹਾਂ ਜੇਕਰ ਉੱਥੋਂ ਵੀ ਬਰਮਾ ਤੋਂ ਕਿਸੇ ਨੂੰ ਇੱਧਰ ਵਾਪਸ ਆਉਣਾ ਪਿਆ ਜਾਂ ਉੱਧਰ ਗਏ ਨੇ ਸਿੱਖ, ਕਿੱਦਾਂ ਪਹੁੰਚੇ। ਇਸ ਸਾਰੇ ਸੰਬੰਧੀ ਜਾਣਕਾਰੀ ਲਈ ਮੇਰੇ ਨਾਲ ਅੱਜ ਹਨ ਅੰਮ੍ਰਿਤਸਰ ਸਾਹਿਬ ਤੋਂ ਸਾਡੇ ਬਹੁਤ ਹੀ ਮਾਣਯੋਗ ਪ੍ਰੋਫੈਸਰ ਮੋਹਨ ਸਿੰਘ ਜੀ। ਪ੍ਰੋਫੈਸਰ ਸਾਹਿਬ ਕੋਲੋਂ ਹਜ਼ਾਰਾਂ ਹੀ ਜਿਹੜੇ ਵਿਦਿਆਰਥੀ ਨੇ ਦੁਨੀਆ ਭਰ ਵਿੱਚ ਇਸ ਵਕਤ ਰਹਿੰਦੇ ਨੇ, ਤੇ ਇਹਨਾਂ ਕੋਲ ਕਈ ਇਤਿਹਾਸ ਦੀਆਂ ਗੱਲਾਂ ਸਾਡੇ ਪੁਰਾਣੇ ਦੀਆਂ ਇਹਨਾਂ ਕੋਲ ਹਨ। ਤੇ ਅੱਜ ਅਸੀਂ ਕੋਸ਼ਿਸ਼ ਕਰਾਂਗੇ, ਝਾਤ ਪਾਵਾਂਗੇ ਇੱਕ ਇਹਨਾਂ ਦੀ ਆਪਣੀ ਜ਼ਿੰਦਗੀ ਤੇ, ਖਾਸ ਕਰਕੇ ਜਿਸ ਤਰ੍ਹਾਂ ਮੈਂ ਗੱਲ ਕੀਤੀ ਇੱਕ ਮੁਲਕ ਹੈ ਬਰਮਾ, ਜਿਹੜਾ ਜਿਸ ਤਰ੍ਹਾਂ ਅਸੀਂ ਸੁਣਦੇ ਰਹਿੰਦੇ ਹਾਂ ਮਿਆਂਮਾਰ, ਰੰਗੂਰ, ਇਸ ਤਰ੍ਹਾਂ ਬਰਮਾ ਬਾਰੇ, ਤੇ ਇਹਨਾਂ ਕੋਲੋਂ ਜਾਣਾਂਗੇ ਕਿ ਇਹਨਾਂ ਦਾ ਜਨਮ ਜਾਂ ਇਹਨਾਂ ਦੇ ਪੁਰਾਣਾ ਜਿਹੜਾ ਹਿਸਟਰੀ ਹੈ ਬਰਮਾ ਨਾਲ, ਕਿਸ ਤਰ੍ਹਾਂ ਇਹਨਾਂ ਦੀ ਅਟੈਚਮੈਂਟ ਹੈ। ਆਓ ਪਹਿਲਾਂ ਪ੍ਰੋਫੈਸਰ ਸਾਹਿਬ ਨਾਲ ਅਸੀਂ ਸਾਂਝ ਪਾਈ। ਪ੍ਰੋਫੈਸਰ ਅੰਕਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਕੁਮਟਾਲਾ ਜੀ। ਸਭ ਤੋਂ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਤਰ੍ਹਾਂ ਦਾ ਇੱਕ ਅਵਸਰ ਪੈਦਾ ਕੀਤਾ ਕੋਈ ਨਾ ਕੋਈ ਗੱਲਬਾਤ ਕਰਨ ਦਾ। ਤੇ ਮੈਂ ਪਤਾ ਨਹੀਂ ਕਿਸ ਹੱਦ ਤੱਕ ਤੁਹਾਡੇ ਕੋਈ ਕੁਐਸਚਨਸ ਨੇ ਜਿਹੜੇ, ਜਾਂ ਇਸ ਮਤਲਬ ਜਾਣਕਾਰੀ ਜਿਹੜੀ ਹੈ ਕਿਸ ਤਰ੍ਹਾਂ ਦੀ ਪ੍ਰੋਵਾਈਡ ਕਰ ਸਕਾਂਗਾ ਜਾਂ ਨਾ ਕਰ ਸਕਾਂਗਾ, ਪਰ ਮੇਰੇ ਵਾਸਤੇ ਇਹ ਇੱਕ ਮੌਕਾ ਹੈ ਬੜਾ ਦਿਲਚਸਪ। ਔਰ ਕਿਉਂਕਿ ਅਕਸਰ ਘਰ ਵਿੱਚ ਇਹੋ ਗੱਲਾਂ ਹੁੰਦੀਆਂ ਰਹਿੰਦੀਆਂ, ਕਈ ਵਾਰ ਹੋ ਚੁੱਕੀਆਂ, ਇਸ ਕਰਕੇ ਮੈਨੂੰ ਇਹਦੇ ਵਿੱਚ ਕੋਈ ਓਪਰਾਪਨ ਨਹੀਂ ਲੱਗ ਰਿਹਾ। ਤੇ ਥੈਂਕ ਯੂ ਵੈਰੀ ਮਚ। ਔਰ ਗੱਲਬਾਤ ਤੁਸੀਂ ਜਿਸ ਤਰ੍ਹਾਂ ਦੇ ਕੁਐਸਚਨ ਪੁੱਛੋਗੇ ਉਹਦੇ ਮੁਤਾਬਕ ਮੈਂ ਤੁਹਾਡੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਧੰਨਵਾਦ ਜੀ, ਬਹੁਤ ਬਹੁਤ। ਤੁਸੀਂ ਵੀ ਆਪਣੇ ਇਸ ਵਕਤ ਅੰਮ੍ਰਿਤਸਰ ਠੰਡ ਵੀ ਬੜੀ ਹੈ ਤੇ ਉਸ ਸਮਾਂ ਕੱਢਿਆ, ਤੇ ਅਸੀਂ ਇਹ ਕੋਸ਼ਿਸ਼ ਕਰਾਂਗੇ। ਤੇ ਕੁਝ ਆਓ ਅਸੀਂ ਪਿੱਛੇ ਝਾਤ ਮਾਰੀਏ। ਤੁਸੀਂ ਦੱਸੋ ਕਿ ਤੁਹਾਡਾ ਜਨਮ ਜਿਹੜਾ ਹੈ ਕਿੱਥੋਂ ਦਾ ਹੈ ਤੇ ਕਿਹੜੇ ਸਨ, ਤੇ ਥੋੜਾ ਜਿਹਾ ਉਸ ਬਾਰੇ ਦੱਸੋ। ਤੇ ਖਾਸ ਕਰਕੇ ਮੈਂ ਜਿਹੜੀ ਇੰਟਰੋਡਕਸ਼ਨ 'ਚ ਦੱਸਿਆ ਹੈ ਕਿ ਅਸੀਂ ਗੱਲ ਕਰਨੀ ਹੈ ਬਰਮਾ ਦਾ, ਤੇ ਤੁਹਾਡੀ ਉਹਦੇ ਨਾਲ ਕਾਫੀ ਕੁਝ ਅਟੈਚਮੈਂਟ ਵੀ ਹੈ, ਤੇ ਉਸ ਬਾਰੇ ਥੋੜੀ ਸਾਨੂੰ ਜਾਣਕਾਰੀ ਦਿਓ। ਮੇਰਾ ਜਨਮ ਤੇ 1935 ਦਾ, ਇੱਥੇ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਦੇ ਲਾਗੇ ਪਿੰਡ ਹੈਗਾ ਭੰਗਵਾ, ਹਾਂਜੀ, ਉੱਥੋਂ ਦਾ ਜਨਮ। ਲੇਕਿਨ ਮੈਂ ਉਦੋਂ, ਮੇਰਾ ਖਿਆਲ ਹੈ ਕਿ 2 ਮਹੀਨੇ ਦਾ ਹੀ ਸੀ, ਤੇ ਮੇਰੇ ਉਦੋਂ ਮਾਤਾ ਜੀ ਪਿਤਾ ਜੀ ਮੈਨੂੰ ਲੈ ਕੇ, ਉਹ ਇੱਥੇ ਛੁੱਟੀਆਂ ਵਾਸਤੇ ਇੱਥੇ ਆਏ ਹੋਏ ਸੀ, ਤੇ ਉਹਦੇ ਬਾਅਦ ਅਸੀਂ ਚਲੇ ਗਏ ਸੀ ਬਰਮਾ। ਮੈਨੂੰ ਪਹਿਲੇ 2-3 ਸਾਲਾਂ ਦਾ ਕੁਛ ਨਹੀਂ ਪਤਾ, ਪਰ ਜਿਹੜਾ ਪਤਾ ਉਹ ਉਹਦੇ ਬਾਅਦ ਦਾ ਉਹ ਇਹੋ ਹੀ ਹੈ ਵੀ ਉੱਥੇ ਬਰਮਾ ਦੇ ਵਿੱਚ ਗਰੋ ਅਪ ਹੋਏ, ਔਰ 7-8 ਸਾਲ ਦੀ ਉਮਰ ਤੱਕ ਦੀ ਜਿਹੜੀ ਯਾਦ ਹੈ ਉਹ ਮਨ ਵਿੱਚ ਹੈਗੀ ਆ। ਫਾਦਰ, ਪਿਤਾ ਜੀ ਮੇਰੇ ਹੋਰ ਵੀ ਕਈ ਹੋਰ ਪੰਜਾਬੀਆਂ ਵਾਂਗ ਉੱਥੇ ਜ਼ਿਆਦਾ ਰੇਲਵੇ ਵਿੱਚ ਸਨ। ਤਾਂ 1904 ਦੇ ਵਿੱਚ ਉਹ ਕਿਤੇ ਗਏ ਇੱਥੋਂ ਅੰਮ੍ਰਿਤਸਰੋਂ, ਤੇ ਉਦੋਂ ਜਵਾਨ ਅਵਸਥਾ 'ਚ ਹੋਣਗੇ, ਤੇ ਜਾ ਕੇ ਉਹਨਾਂ ਨੇ ਬਤੌਰ ਕਾਰਪੈਂਟਰ
ਇੱਕ ਟੈਸਟ ਦਿੱਤਾ, ਉਹਦੇ ਵਿੱਚ ਉਹ ਪਾਸ ਹੋ ਗਿਆ ਤੇ ਰੇਲਵੇ ਦੇ ਵਿੱਚ ਬਤੌਰ ਕਾਰਪੈਂਟਰ ਜੁਆਇਨ ਕਰ ਲਿਆ। ਹੌਲੀ ਹੌਲੀ ਤੇ ਜਿੰਨੇ ਚਿਰ ਨੂੰ ਅਸੀਂ ਹੋਸ਼ ਸੰਭਾਲੀ ਉੱਥੋਂ ਬਰਮਾ ਆਉਣ ਵੇਲੇ ਤੱਕ, ਉਸ ਵੇਲੇ ਉਹ ਹੀ ਟ੍ਰੇਨ ਐਗਜ਼ਾਮੀਨਰ ਸੀਗੇ, TXR ਉਹਨਾਂ ਨੂੰ ਕਹਿੰਦੇ ਹੁੰਦੇ। ਤੇ ਬਸ ਟ੍ਰੇਨ ਦੀ ਜਿਹੜੀ ਹੈ ਫਿਟਨੈਸ ਟੂ ਰਨ ਉਹ ਚੈੱਕ ਕਰਨੀ, ਤੇ ਇਹ ਵੱਡਾ ਕੰਮ ਉਹਨਾਂ ਦਾ ਹੁੰਦਾ ਸੀ। ਉਸ ਜਿਹੜੀ ਦੱਸਣ ਵਾਲੀ ਗੱਲ ਹੈ ਉਹ ਇਹ ਹੈ ਕਿ ਇਸ ਪੀਰੀਅਡ ਦੇ ਵਿੱਚ ਜਿਹੜੀਆਂ ਬ੍ਰਿਟਿਸ਼ ਕਾਲੋਨੀ ਸਨ ਨਾ, ਬਰਮਾ ਹੋ ਗਿਆ, ਅਫਰੀਕਾ ਦੇ ਵਿੱਚ ਹੋ ਗਿਆ, ਮਲੇਸ਼ੀਆ ਹੋ ਗਿਆ, ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਰੇਲਵੇ ਜਿਹੜੀ ਉਹ ਕਹ ਲਓ ਕਿ ਐਸਟੈਬਲਿਸ਼ ਹੋ ਰਹੀ ਸੀ। ਤੇ ਇੰਡੀਆ ਦੇ ਵਿੱਚ ਵੀ ਟਰੈਕਸ ਲੱਗ ਰਹੇ ਸੀ ਤੇ ਬਰਮਾ ਦੇ ਵਿੱਚ ਵੀ ਲੱਗ ਰਹੇ ਸੀ, ਔਰ ਉਹ ਟਰੈਕਸ ਲਗਾਉਣ ਵਿੱਚ ਕੋਚਿਸ, ਸਾਰੇ ਕੋਚਿਸ ਉਹ ਲੱਕੜੀ ਦੇ ਹੀ ਹੁੰਦੇ ਸੀ, ਔਰ ਰੇਲਵੇ ਦੇ ਥੱਲੇ ਜਿਹੜੇ ਸਲੀਪਰ ਵੀ ਉਹ ਸਾਰੇ ਲੱਕੜ ਦੇ ਹੀ ਹੁੰਦੇ ਸੀ। ਇਸ ਲਈ ਤੇ ਬਰਮਾ ਦਾ ਜਿਹੜਾ ਜੰਗਲ ਹੈ ਉਹ ਸਾਰਾ ਕੱਟ ਕੇ ਤੇ ਰੇਲਵੇ ਨੇ ਉੱਥੋਂ ਬਹੁਤ ਸਾਰਾ ਹਿੱਸਾ ਜਿਹੜਾ ਉਹ ਆਪ ਇਸ ਕੰਮ ਵਾਸਤੇ ਵਰਤਿਆ। ਉਹਦੇ ਵਿੱਚ ਪੰਜਾਬੀ ਜਿਹੜੇ ਮਜ਼ਦੂਰ ਨੇ, ਪੰਜਾਬੀ ਕਾਰੀਗਰ, ਕਾਰਪੈਂਟਰ, ਉਧਰੋਂ ਤਮਿਲਨਾਡੂ ਨੂੰ ਉਸ ਵੇਲੇ ਉਦੋਂ ਮਦਰਾਸ ਕਹਿੰਦੇ ਹੁੰਦੇ ਸਨ, ਇੱਕ ਕਲਿੰਗੀ ਲੋਕ ਇਹਨਾਂ ਨੂੰ ਕਹਿੰਦੇ ਹੁੰਦੇ ਸੀ। ਇਹ ਲੋਕ ਮਲਿਆਲਮ ਲੋਕ ਜਾਂ ਬੰਗਾਲੀ ਇਹ ਜ਼ਿਆਦਾ ਬਰਮਾ ਦੇ ਵਿੱਚ ਉਹ ਉਦੋਂ ਵੇਖਣ ਚ ਆਉਂਦੇ ਸੀ। ਤੇ ਅਸੀਂ ਇਸ ਤਰ੍ਹਾਂ ਦੇ ਕਹ ਲਓ ਇੱਕ ਵਰਕ ਫੋਰਸ ਦੇ ਦਰਮਿਆਨ ਰੇਲਵੇ ਕੁਆਟਰਾਂ ਦੇ ਵਿੱਚ ਰਹਿੰਦੇ ਹੁੰਦੇ ਸੀ। ਤੇ ਬਸ ਤੁਸੀਂ 1935 ਤੁਹਾਡਾ ਜਨਮ ਹੋਇਆ, ਸੋ ਤਕਰੀਬਨ 1937 ਦੇ ਵਿੱਚ ਤੁਸੀਂ ਜਿਹੜਾ ਹੈ ਬਰਮਾ ਉਦੋਂ ਉੱਥੇ ਪਹੁੰਚੇ। ਕੁਝ ਅਸੀਂ ਜਿਹੜੇ ਜਾਣਨ ਵਾਲੇ ਨਹੀਂ ਨੇ ਕਿ ਬਰਮਾ ਸ਼ੁਰੂ ਤੋਂ ਹੀ ਭਾਰਤ ਦਾ ਪਾਰਟ ਰਿਹਾ ਸੀਗਾ ਕਿ ਬ੍ਰਿਟਿਸ਼ ਵੇਲੇ ਬਾਅਦ, ਉਸ ਤੋਂ ਬਾਅਦ ਬ੍ਰਿਟਿਸ਼ ਦੀ, ਜਿਸ ਤਰ੍ਹਾਂ ਤੁਸੀਂ ਦੱਸਿਆ, ਬ੍ਰਿਟਿਸ਼ ਦੀ ਕਲੋਨੀ ਕਿਹੜੇ ਸਾਲ 'ਚ ਬਣਿਆ ਜਾਂ ਕਿਸ ਤਰ੍ਹਾਂ, ਉਸ ਬਾਰੇ ਕੁਝ ਜਾਣਕਾਰੀ? ਨਹੀਂ, ਸ਼ੁਰੂ ਤੋਂ ਨਹੀਂ। ਅੰਗਰੇਜ਼ਾਂ ਨੇ ਤੇ ਇਸ ਸਾਊਥ ਏਸ਼ੀਆ ਦੇ ਵਿੱਚ ਜਿਹੜੀ ਹੈ ਨਾ ਆਪਣਾ ਆਕੂਪੇਸ਼ਨ ਬੰਗਾਲ ਤੋਂ ਸ਼ੁਰੂ ਕੀਤਾ ਸੀ ਹਾਂਜੀ। ਤੇ ਇੱਧਰੋਂ ਆ ਕੇ ਇੱਧਰ ਅਰੇਬੀਅਨ ਸੀ ਦੇ ਵਿੱਚੋਂ ਦੀ ਨਿਕਲ ਕੇ ਤੇ ਹੌਲੀ ਹੌਲੀ ਜਿਹੜੀ ਫ੍ਰੈਂਚ ਵੱਖਰੇ ਲੱਗੇ ਰਹੇ, ਪੁਰਤਗੀਜ਼ ਵੱਖਰੇ ਲੱਗੇ ਰਹੇ, ਅੰਗਰੇਜ਼ਾਂ ਨੇ ਥੋੜਾ ਲੀਡ ਲੈ ਗਏ ਬੰਗਾਲ ਦੇ ਵਿੱਚੋਂ। ਹੌਲੀ ਹੌਲੀ ਫਿਰ ਵੈਸਟ ਵਾਲੇ ਬੰਨੇ ਆਉਂਦੇ ਪੰਜਾਬ ਜਿਹੜਾ ਉਹ ਆਖਰੀ ਸੂਬਾ ਸੀ। ਬਰਮਾ ਵੈਸੇ ਅੰਗਰੇਜ਼ਾਂ ਨੇ ਕੁਝ ਮੇਰਾ ਖਿਆਲ ਹੈ 19th ਸੈਂਚੁਰੀ ਦੇ ਅਖੀਰ ਕਜਾਇ ਦੇ ਵਿੱਚ ਉਹ ਬਰਮਾ ਦਾ ਕੁਝ ਪਾਰਟ ਜਿਹੜਾ ਨਾ ਅੰਗਰੇਜ਼ਾਂ ਨੇ ਆਪਣੀ ਸਲਤਨਤ ਦੇ ਨਾਲ ਰਲਾ ਲਿਆ ਸੀ। ਤੇ ਬਰਮਾ ਅੰਗਰੇਜ਼ਾਂ ਦੇ ਅੰਡਰ ਰਿਹਾ 50-60 ਸਾਲ ਜੀ, ਮੇਰਾ ਖਿਆਲ 1937-38 ਤੱਕ ਰਿਹਾ। ਬਾਅਦ ਵਿੱਚ ਫਿਰ ਇੱਕ ਵੱਖਰਾ ਪ੍ਰੋਵਿੰਸ ਹੋ ਗਿਆ ਸੀ। ਤੇ ਇਸ ਤਰ੍ਹਾਂ ਯਾਨੀ ਬਰਮਾ ਕੁਛ ਦੇਰ ਤੇ ਕਹਿ ਲਓ ਕਿ ਇੰਡੀਆ ਦੇ ਨਾਲ ਰਲ ਕੇ ਹੀ ਰਿਹਾ 40-50 ਸਾਲ, ਤੇ ਬਾਅਦ ਵਿੱਚ ਫਿਰ ਵੱਖਰਾ ਹੋ ਗਿਆ ਸੀ ਹਾਂਜੀ, ਇਸ ਤਰ੍ਹਾਂ। ਹਾਂਜੀ, ਕੁਝ ਹਿਸਟਰੀ ਮੈਂ ਵੀ ਕੁਝ ਜਾਣਨ ਦੀ ਕੋਸ਼ਿਸ਼ ਕੀਤੀ ਤੇ ਜੋ ਲਿਖਿਆ ਗਿਆ ਹੈ ਕਿ ਤਕਰੀਬਨ 1980 ਵਿੱਚ ਜਿਹੜਾ ਅੱਪਰ ਬਰਮਾ ਹੈ, 1880-85 ਵਿੱਚ ਬ੍ਰਿਟਿਸ਼ ਨੇ ਜਿਹੜਾ ਹੈ ਉਸਨੂੰ ਜਿਹੜਾ ਆਪਣੇ ਬ੍ਰਿਟਿਸ਼ ਇੰਡੀਅਨ ਐਮਪਾਇਰ ਵਿੱਚ ਐਡ ਕੀਤਾ ਤਕਰੀਬਨ 1885 ਵਿੱਚ। ਤੇ ਕਾਫੀ ਉਹਨਾਂ ਨੇ ਲਿਖਿਆ ਕਿ ਜਿਹੜੀਆਂ ਐਂਗਲੋ ਬਰਮਾ ਜਿਹੜੀਆਂ ਵਾਰਸ, ਤੇ ਇੱਕ ਹੋਰ ਬੜੀ ਗੱਲ ਜਿਹੜੀ ਮੈਂ ਪੜ੍ਹੀ ਹੈ ਕਿ ਇਹ ਗੱਲ ਜਿਹੜੇ ਮੁਗਲ ਐਮਪਰਰ ਨੇ, ਲਾਸਟ ਮੁਗਲ ਐਮਪਰਰ ਬਹਾਦਰ ਸ਼ਾਹ ਜ਼ਫਰ, ਇਹ ਵੀ ਲਿਖਿਆ ਗਿਆ ਕਿ ਉਹਨਾਂ ਦਾ ਵੀ ਜਿਹੜਾ ਹੈ ਜਿਹੜੇ ਅਖੀਰਲੇ ਦਿਨ ਸੀ ਉਹ ਐਗਜ਼ਾਈਲ ਉਹਨਾਂ ਨੂੰ ਬ੍ਰਿਟਿਸ਼ ਨੇ ਉੱਥੇ ਬਰਮਾ ਵਿੱਚ ਵੀ ਕੀਤਾ ਸੀ। ਇਹ ਅੰਗਰੇਜ਼ਾਂ ਦਾ ਜਿਹੜਾ ਨਾ ਮੇਨ ਇੰਟਰਸਟ ਹੈਗਾ ਸੀ ਬਰਮਾ ਦੀ ਜਿਹੜੀ ਹੈ ਨਾ ਮਟੀਰੀਅਲ ਵੈਲਥ, ਖਾਸ ਕਰਕੇ ਸਿਲਵਰ ਹਾਂਜੀ, ਚਾਂਦੀ ਜਿਹੜੀ ਹੈ ਅਪਰ ਬਰਮਾ ਦੇ ਵਿੱਚ ਸਿਲਵਰ ਮਾਈਨਸ ਹੈਗੀਆਂ, ਔਰ ਉਹਨਾਂ ਦੀ ਮਾਈਨਿੰਗ ਕਰਕੇ ਉਸ ਸਾਰੀ ਜਿਹੜੀ ਮੈਟਲ ਹੈ ਉਸ ਨੂੰ ਕਿਸ ਤਰ੍ਹਾਂ ਇੰਗਲੈਂਡ ਤੱਕ ਪਹੁੰਚਾਉਣਾ, ਇਹਦੇ ਵਾਸਤੇ ਉਹਨਾਂ ਨੇ ਸਾਰਾ ਰੇਲਵੇ ਨੈਟਵਰਕ ਵਗੈਰਾ ਉਸ ਵੇਲੇ ਉਹ ਪਲਾਨ ਕੀਤਾ ਹੋਏਗਾ। ਤੇ ਇਹਨਾਂ ਸਾਨੂੰ ਯਾਦ ਹੈ ਕਿ ਸਪੈਸ਼ਲ ਬ੍ਰਿਕਸ ਨੇ ਜਿਹੜੀਆਂ ਅਸੀਂ ਗੋਲਡ ਦੇ ਤੇ ਬਿਸਕੁਟਸ ਕਹਿੰਦੇ ਹਾਂ, ਤੇ ਸਿਲਵਰ ਜਿਹੜੀ ਆ ਉਹਦੇ ਵੇਟ ਜਿਹੜੇ ਇਨਗਟਸ ਜਿਹਾ ਹੁੰਦੇ ਆ ਉਹਨਾਂ ਨੂੰ ਬ੍ਰਿਕਸ ਕਹਿੰਦੇ ਹੁੰਦੇ ਸੀ। ਉਹ ਅਪਰ ਬਰਮਾ ਦੇ ਵਿੱਚੋਂ ਉਹ ਇੱਧਰ ਲੈ ਕੇ ਜਾਂਦੇ ਹੁੰਦੇ ਸੀ। ਰੰਗੂਨ ਵਾਸ ਦੇ ਸੀ ਪੋਰਟ, ਤੇ ਉਥੋਂ ਸਮੁੰਦਰੀ ਜਹਾਜ਼ਾਂ ਦੇ ਰਸਤੇ ਅੱਗੇ ਜਿੱਧਰ ਜਾਂਦੀ ਹੁੰਦੀ ਸੀ ਸਾਰੇ, ਇਸ ਤਰ੍ਹਾਂ। ਤੁਹਾਨੂੰ ਕੁਝ ਯਾਦ ਹੋਵੇ ਜਦੋਂ ਤੁਸੀਂ ਵੀ ਗਏ ਉੱਥੇ ਬਰਮਾ, ਕਿਸ ਤਰ੍ਹਾਂ ਉਦੋਂ ਤੁਸੀਂ ਸੀ ਪੋਰਟ ਦੱਸਿਆ ਇੱਥੋਂ ਅੰਮ੍ਰਿਤਸਰ ਤੋਂ, ਜਾਂ ਕਿੱਦਾਂ ਉੱਥੇ ਬਰਮਾ, ਇਜ਼ ਇਟ ਬਾਈ ਟ੍ਰੇਨ ਕਿ ਟ੍ਰੇਨ ਦੇ ਰਸਤੇ ਜਾਂਦੇ ਸੀ, ਗੱਡੀਆਂ ਦੇ, ਕਿ
ਉਹ ਕੀ ਸੀਗਾ ਮੋਡ ਆਫ ਟਰਾਂਸਪੋਰਟੇਸ਼ਨ? ਅਕਸਰ ਜਿਹੜੇ ਲੋਕ ਜੋ ਜਾਂਦੇ ਸੀ ਨਾ, ਉਹ ਆਮ ਰੂਟ ਸੀ ਇੱਥੋਂ ਕਲਕੱਤੇ ਜਾਣਾ ਟ੍ਰੇਨ ਦੇ ਵਿੱਚ, ਕਲਕੱਤਾ ਮੇਲ ਜਿਹੜੀ ਹਾਵੜਾ ਮੇਲ ਜਿਹਨੂੰ ਕਹਿੰਦੇ, ਔਰ ਉੱਥੋਂ ਸਮੁੰਦਰੀ ਰਸਤੇ ਜਹਾਜ਼ ਦੇ ਵਿੱਚ ਬੈਠ ਕੇ ਜਿਹੜੀ ਨਾ ਇੱਕ P&O ਓਰੀਐਂਟਲ ਐਂਡ ਪਤਾ ਨਹੀਂ ਪੀ ਨਾਲ ਕੀ ਲਫ਼ਜ਼ ਬਣਦਾ, O&P, ਉਸ ਸੀ ਲਾਈਨਸ ਦੇ ਵਿੱਚ ਲੋਕੀ ਟਰੈਵਲ ਕਰਦੇ ਸੀ, ਔਰ ਆਲਮੋਸਟ ਓਵਰਨਾਈਟ ਉਹ ਅਗਲੇ ਦਿਨ ਉੱਥੇ ਰੰਗੂਨ ਪਹੁੰਚ ਜਾਂਦੇ ਹੁੰਦੇ ਸੀ। ਅੱਜ ਕੱਲ੍ਹ ਰੰਗੂਨ ਨੂੰ ਯਾਂਗੋਨ ਕਹਿੰਦੇ ਆ, ਉਦੋਂ ਅੰਗਰੇਜ਼ਾਂ ਦੇ ਵੇਲੇ ਰੈਂਗੂਨ ਕਹਿੰਦੇ ਹੁੰਦੇ ਸੀ। ਬਸ ਯਾਨੀ ਇੱਥੋਂ ਕਲਕੱਤੇ ਤੱਕ ਟ੍ਰੇਨ, ਤੇ ਕਲਕੱਤੇ ਤੋਂ ਸਮੁੰਦਰੀ ਜਹਾਜ਼, ਰੰਗੂਨ ਤੱਕ, ਅੱਗੋਂ ਫਿਰ ਟ੍ਰੇਨ ਤੇ ਜਿੱਥੇ ਜਾਣਾ, ਇਹ ਰੂਟ ਆਮ ਤੌਰ ਤੇ। ਪਰ ਅਸੀਂ ਜਦੋਂ ਆਏ ਉਸ ਵੇਲੇ ਸਾਨੂੰ ਤੇ ਅਸੀਂ ਬਰਮਾ 'ਚ ਰਹਿੰਦੇ ਸੀ ਜਦੋਂ, ਉਸ ਵੇਲੇ ਜਿਹੜੀ ਸੈਕੰਡ ਵਰਲਡ ਵਾਰ ਸ਼ੁਰੂ ਹੋ ਚੁੱਕੀ ਸੀ, ਔਰ ਸਾਨੂੰ ਛੋਟੇ ਬੱਚਿਆਂ ਨੂੰ ਬਹੁਤਾ ਇਹ ਹੁੰਦਾ ਸੀ ਕਿ ਜਾਪਾਨੀ ਤੇ ਉਧਰੋਂ ਜਰਮਨ ਯਾਨੀ ਹਿਟਲਰ, ਬਸ ਇਹ ਦੋ ਆ, ਪਤਾ ਨਹੀਂ ਕਿੰਨੇ ਕਿਹੜੇ ਵੇਲੇ ਬੰਬ ਮਾਰ ਦੇਣਾ, ਕਿਸੇ ਨੇ ਕੀ ਕਰ ਦੇਣਾ। ਔਰ ਉਹਦੇ ਵਾਸਤੇ ਹਰ ਇੱਕ ਦੇ ਘਰ ਦੇ ਬਾਹਰ ਛੋਟੇ ਛੋਟੇ ਟ੍ਰੈਂਚਿਸ ਨੇ ਨਾ ਜਿਹੜੇ, ਉਹ ਲੋਕਾਂ ਨੇ ਪੁੱਟ ਕੇ ਰੱਖੇ ਹੁੰਦੇ ਸੀ। ਅੱਜ ਕੱਲ੍ਹ ਤੇ ਟ੍ਰੈਂਚਿਸ ਬੰਕਰ ਨੇ ਜਿਹੜੇ ਬੜੇ ਬੜੇ ਸੋਹਣੇ ਪੱਕੇ ਬਣੇ, ਉਹ ਜਿਹੜੇ ਬੰਕਰ ਖਾਲੀ ਇੱਕ ਜਿਹੜੀ ਕੱਚਾ ਜਿਹਾ ਇੱਕ ਟੋਆ ਹੀ, ਤੇ ਉਹਦੇ ਉੱਤੇ ਛੋਟੇ ਬਹੁਤੇ ਕੱਚੀ ਜਿਹੀ ਛੱਤ ਪਾ ਲੈਣੀ, ਤੁਸੀਂ ਇੱਕ ਬੰਨੋ, ਔਰ ਵਿੱਚ ਅੰਦਰ ਮੱਛਰ ਬੜਾ ਹੁੰਦਾ ਸੀ। ਜਦੋਂ ਕੋਈ ਸਾਇਰਨ ਵੱਜਣਾ ਅਸੀਂ ਉੱਥੇ ਮਤਲਬ ਵਿੱਚ ਵੜ ਜਾਣਾ, ਜਦੋਂ ਫਿਰ ਦੁਬਾਰਾ ਸਾਇਰਨ ਵੱਜਣਾ ਤੇ ਫਿਰ ਵਿੱਚੋਂ ਨਿਕਲ ਆਉਣਾ, ਦਿਨ ਹੋਵੇ ਤਾਂ ਵੀ ਤੇ ਰਾਤ ਹੋਵੇ ਤੇ ਤਦ ਵੀ। ਤੇ ਰਾਤ ਨੂੰ ਤਾਂ ਡਰ ਹੀ ਬੜਾ ਲੱਗਦਾ ਸੀ, ਬੱਤੀ ਵੀ ਜਗਾਉਣ ਦੀ ਇਜਾਜ਼ਤ ਨਹੀਂ ਸੀ ਹੁੰਦੀ, ਤੇ ਇਸ ਤਰ੍ਹਾਂ ਦਾ। ਤੇ ਉਸ ਵੇਲੇ ਫਿਰ ਜਾਪਾਨ ਨੇ ਕਹ ਲਓ ਉਹਦੀ ਜਿਹੜੀ ਐਕਸਪੈਂਸ਼ਨ ਆ ਉਹ ਵੱਧਦੀ ਪਈ ਸੀ ਇੱਧਰ, ਕਹ ਲਓ ਇੰਡੋਨੇਸ਼ੀਆ ਵਾਲੇ ਪਾਸੇ, ਤੇ ਉਹਨੇ ਸਿੰਗਾਪੁਰ ਦੇ ਉੱਤੇ ਮਲਾਇਆ ਦੇ ਉੱਤੇ ਕਬਜ਼ਾ ਕਰ ਲਿਆ, ਤੇ ਫਿਰ ਲੱਗੇ ਵੀ ਉਹ ਮਲਾਇਆ ਬਰਮਾ ਦੇ ਵਿੱਚ ਵੀ ਉਹਦਾ ਜਿਹੜਾ ਇਨਵੇਜਨ ਉਹਦੀ ਸੰਭਾਵਨਾ ਹੈਗੀ ਆ। ਬਾਅਦ ਚ ਸੱਚ ਵਿੱਚ ਹੋ ਵੀ ਗਿਆ, ਤੇ ਇਹਨਾਂ ਯਾਦ ਹੈ ਕਿ ਉਸ ਸਰਕਾਰੀ ਤੌਰ ਦੇ ਉੱਤੇ ਹਵਾਈ ਜਹਾਜ਼ ਰਾਹੀਂ ਇਸ਼ਤਿਹਾਰ ਜਿਹੜੇ ਸੁੱਟੇ ਗਏ ਕਿ ਤੁਸੀਂ ਜਲਦੀ ਤੋਂ ਜਲਦੀ ਸ਼ਹਿਰ ਜਿਹੜੇ ਆ ਉਹ ਖਾਲੀ ਕਰ ਦਿਓ, ਔਰ ਔਰਤਾਂ ਤੇ ਬੱਚੇ ਖਾਸ ਕਰਕੇ, ਵੱਡੇ ਜਵਾਨ ਆਦਮੀਆਂ ਨੂੰ ਨਹੀਂ ਸੀ ਦੇ ਕੇ ਜਾਓ, ਤਾਂ ਕਿ ਫੌਜ ਆ ਜਿਹੜੀ ਉਹ ਉਹਦੇ ਤੇ ਕੋਈ ਮਾੜਾ ਅਸਰ ਨਾ ਹੋਵੇ, ਡੀਮੋਰਲਾਈਜ਼ ਨਾ ਹੋਣ। ਤੇ ਬਸ ਆਲਮੋਸਟ ਓਵਰਨਾਈਟ ਸਾਨੂੰ ਉੱਥੋਂ 1-2 ਦਿਨਾਂ ਦੇ ਵਿੱਚ ਸਾਰਾ ਮੁਲਕ ਜਿਹੜਾ ਨਾ ਉਹ ਸਾਰਾ ਉਹਨਾਂ ਖਾਲੀ ਕਰਾ ਲਿਆ ਸੀ। ਤੇ ਅਸੀਂ ਉਦੋਂ, ਮੈਨੂੰ ਯਾਦ ਆ ਫਰਵਰੀ ਦਾ ਮਹੀਨਾ ਸੀਗਾ, ਕੋਈ ਤਰੀਕ ਹੋਣੀ ਹੈ, ਤੇ ਉਸ ਵੇਲੇ ਅਸੀਂ ਉੱਥੋਂ ਕਹ ਲਓ ਇਹ ਹਿੰਦੁਸਤਾਨ ਨੂੰ, ਸਾਨੂੰ ਤਾਂ ਇਹੋ ਹੀ ਕਹਿੰਦੇ ਹੁੰਦੇ ਸੀ ਅਸੀਂ ਆਪਣੇ ਮੁਲਕ ਚੱਲੇ ਹਾਂ, ਆਪਣੇ ਮੁਲਕ ਚੱਲੇ ਹਾਂ। ਤੇ ਸਾਨੂੰ ਉਸ ਵੇਲੇ ਮੁਲਕ ਦਾ ਲਫ਼ਜ਼ ਦਾ ਮੀਨਿੰਗ ਮੈਨੂੰ ਨਹੀਂ ਸੀ ਆਉਂਦਾ ਹੁੰਦਾ, ਬਸ ਅਸੀਂ ਮੁਲਕ ਜਾ ਰਹੇ ਹਾਂ, ਮੁਲਕ ਜਾ ਰਹੇ ਹਾਂ, ਮੁਲਕ ਕੀ ਹੁੰਦਾ, ਕਿੱਥੇ ਆ, ਕਿਹੋ ਜਿਹਾ, ਇਹ ਮੀਨਿੰਗ ਸਾਨੂੰ ਨਹੀਂ ਸੀ ਪਤਾ ਹੁੰਦਾ, ਬਸ ਅਸੀਂ ਮੁਲਕ ਨੂੰ ਤੁਰ ਪਏ। ਤੁਸੀਂ ਦੱਸਿਆ, ਸੋ ਬੜੀ ਵਧੀਆ ਜਾਣਕਾਰੀ। ਤੁਸੀਂ ਜਦੋਂ ਵਿਸ਼ਵ ਜੰਗ ਹੋਈ ਹੈ ਉੱਥੇ, ਤੁਸੀਂ ਉਸ ਵਕਤ ਉਦੋਂ ਬਰਮਾ ਵਿੱਚ ਸੀਗੇ? ਹਾਂਜੀ, ਜਦੋਂ ਵਰਲਡ ਵਾਰ ਹੋਈ ਹੈ 2 ਵਿਸ਼ਵ ਜੰਗ ਵੇਲੇ ਦੂਜੀ, ਉਸ ਸਮੇਂ ਤੁਸੀਂ ਬਰਮਾ ਵਿੱਚ ਸੀ? ਉਦੋਂ ਅਸੀਂ ਬਰਮਾ 'ਚ ਸਾਂ। ਐਕਚੁਅਲੀ ਜੇ ਵਾਰ ਨਾ ਹੁੰਦੀ ਤੇ ਅਸੀਂ ਉੱਥੇ ਹੀ ਰਹਿਣਾ ਸੀ ਨਾ, ਸਾਨੂੰ ਵੀ ਵਰ ਕਾਲਡ ਬਰਮਾ ਇਵੈਕੂਏਟਡ, ਯਾਨੀ ਬਰਮਾ ਦੇ ਵਿੱਚੋਂ ਜਿਹੜੇ ਰਿਫਿਊਜੀ ਆਏ ਹੋਏ ਉਹਨਾਂ ਵਿੱਚ। ਤੇ ਇਹ ਸਾਰਾ ਉਸ ਵੇਲੇ ਲੋਕ ਜਿਹੜੇ ਆ, ਮੇਰਾ ਖਿਆਲ 4-5 ਲੱਖ ਤੇ ਸ਼ਾਇਦ ਜ਼ਿਆਦਾ ਹੀ ਲੋਕ ਜਿਹੜੇ ਆ ਉਹ ਉੱਥੋਂ ਨਿਕਲੇ, ਔਰ ਯਾਨੀ ਜਿਹੜੇ ਰੰਗੂਨ ਤੋਂ ਤੁਰੇ ਹੋਣਗੇ ਬਾਰਡਰ ਤੱਕ, ਉਹ ਤੇ ਕੁਛ ਟ੍ਰੇਨ ਦੇ ਵਿੱਚ ਆ ਗਏ ਹੋਣਗੇ। ਜਿਹੜੇ ਅਸੀਂ ਉਸ ਵੇਲੇ, ਮੇਰਾ ਬ੍ਰਦਰ ਰੰਗੂਨ 'ਚ ਸੀਗਾ, ਫਾਦਰ ਲਾਗੇ ਇੱਕ ਮਾਂਡਲੇ ਜਗ੍ਹਾ, ਉਹਦੇ ਲਾਗੇ ਛੋਟਾ ਸਟੇਸ਼ਨ ਸੀ ਮਿੰਜਿਆਂਗ, ਉੱਥੇ ਸਨ। ਤੇ ਅਸੀਂ ਉੱਥੋਂ ਫਿਰ ਕਹ ਲਓ ਮੇਰਾ ਖਿਆਲ ਕੁਛ ਡਿਸਟੈਂਸ ਜਿਹੜਾ ਉਹ ਬਾਈ ਟ੍ਰੇਨ, ਤੇ ਉਹਦੇ ਬਾਅਦ ਕੁਛ ਡਿਸਟੈਂਸ ਬਾਈ ਬੋਟ, ਔਰ ਫਿਰ ਅਸੀਂ ਮਤਲਬ ਜਿਹੜੀ ਨਾ ਬਰਮਾ ਤੇ ਇੰਡੀਆ ਦੀ ਬਾਰਡਰ ਤੱਕ, ਤਕਰੀਬਨ ਕਹਿ ਲਓ ਮਨੀਪੁਰ ਤੱਕ ਇੱਕ ਜਗ੍ਹਾ ਹੈਗੀ ਕਲੇਵਾ, ਬਸ ਉੱਥੋਂ ਤੱਕ ਦਾ ਮੈਨੂੰ ਯਾਦ ਆ। ਉਹਦੇ ਬਾਅਦ ਫਿਰ ਪੈਦਲ ਸਫ਼ਰ ਜਿਹੜਾ ਉਹ ਸ਼ੁਰੂ ਹੋ ਜਾਂਦਾ। ਉਹਦੇ ਬਾਅਦ ਫਿਰ ਕਿਉਂਕਿ ਸਮੁੰਦਰੀ ਰਸਤੇ ਜਿਹੜੇ ਆ ਉਹ ਬੰਦ ਹੋਏ ਸੀ, ਸਮੁੰਦਰੀ ਰਸਤੇ ਜਿਹੜੀ ਜੰਗ ਜੂ ਲੱਗੀ ਹੋਈ ਹੈ, ਤੇ ਜਹਾਜ਼ ਜਿਹੜੇ ਉਹ ਡੋਬਣ ਦਾ ਰਿਸਕ ਹੋ ਜਾਂਦਾ, ਤੇ ਜਹਾਜ਼ ਤੋਂ ਸਦਾ ਹਵਾਈ ਜਹਾਜ਼ ਤੋਂ ਉਦੋਂ ਬਹੁਤੇ ਹੁੰਦੇ ਹੀ ਨਹੀਂ ਸੀ, ਤੇ ਰੇਲਵੇ ਇਸ ਰੂਟ ਦੇ ਉੱਤੇ ਹੈ ਹੀ ਨਹੀਂ ਸੀ
ਉਹਦੇ ਅੰਦਰ ਬਸ ਅਸੀਂ ਫਿਰ ਇਸ ਕਰਕੇ ਮਜਬੂਰੀ ਵਿੱਚ ਸਾਨੂੰ ਪੈਦਲ ਹੀ ਉੱਥੋਂ ਕਹਿ ਲਓ ਆ ਸਕਦੇ ਹਾਂ। ਤੇ ਕਿਤੇ ਕਿਤੇ ਸਾਨੂੰ ਪ੍ਰੋਵੀਜ਼ਨ ਹੈਗੀ ਸੀ ਕਿ ਜਿਹੜੀ ਹੈ ਨਾ ਬੈਲ ਗੱਡੀ, ਕਿਤੇ ਕੋਈ ਬਲਦਾਂ ਨਾਲ ਖਿੱਚਿਆ ਜਾਣ ਵਾਲਾ ਗੱਡਾ ਜਿਹੜਾ ਉਹ ਪਰ ਬਹੁਤਾ ਫਾਸਲਾ ਜਿਹੜਾ ਉਹ ਪੈਦਲ ਹੀ ਜਾਣਾ ਪਿਆ। ਅਸਾਮ ਸਾਰੇ ਨੂੰ ਹੀ ਨਾ ਉਦੋਂ ਆ ਮੇਘਾਲਿਆ ਜਾਂ ਮਨੀਪੁਰ, ਅਗਰਤਲਾ, ਨਾਗਾਲੈਂਡ ਇਹ ਸਾਰੇ ਨਾਂ ਨਹੀਂ ਸੀ ਹੁੰਦੇ। ਸਾਰਾ ਹੀ ਜਿਹੜਾ ਪ੍ਰੋਵਿੰਸ ਉਹਨੂੰ ਅਸਾਮ ਹੀ ਕਹਿੰਦੇ ਹੁੰਦੇ ਸੀ। ਔਰ ਅਸਾਮ ਜਿਹੜਾ ਬਹੁਤਾ ਡਿਵੈਲਪ ਨਹੀਂ ਸੀ ਹੋਇਆ। ਇੱਥੇ ਕਿਤੇ ਕੋਈ ਸੜਕ ਨਹੀਂ ਸੀ ਹੁੰਦੀ, ਕੋਈ ਰੇਲਵੇ ਨਹੀਂ ਸੀ, ਔਰ ਬਹੁਤੇ ਕੋਈ ਵਸੋਂ ਵਾਲੀਆਂ ਥਾਵਾਂ ਵੀ ਬਹੁਤੀਆਂ ਨਹੀਂ ਸੀ। ਬਸ ਤੁਸੀਂ ਤੁਰੇ ਜਾ ਰਹੇ ਵਿੱਚ ਬਹੁਤੇ ਪਹਾੜ ਜਿਹੜੇ ਆ, ਕੁਛ ਗਾਚਣੀ ਵਾਲੇ ਪਹਾੜ ਵੀ ਹੁੰਦੇ, ਜਿਹੜੀ ਤਿਲਕਣੀ ਮਿੱਟੀ ਹੁੰਦੀ ਨਾ ਉਹ ਗਾਚਣੀ ਸੀ ਜਿਹਦੇ ਨਾਲ ਫੱਟੀਆਂ ਪੂਜਦੇ ਹੁੰਦੇ ਸਨ। ਉਹ ਬਸ ਜਦੋਂ ਬਾਰਿਸ਼ ਹੋਣੀ ਤੇ ਤਿਲਕਣ ਬਹੁਤ ਜ਼ਿਆਦਾ ਹੋ ਜਾਣੀ, ਤੇ ਜੇ ਬਾਰਿਸ਼ ਹੋਈ ਹੈ ਰਸਤੇ ਵਿੱਚ ਤੇ ਤੁਹਾਨੂੰ ਉਹ ਬਾਰਿਸ਼ ਜਿਹੜੀ ਹੈ ਉਹ ਰੜੇ ਥਾਂ ਦੇ ਉੱਤੇ ਉਹ ਸਹਿਣੀ ਪੈਣੀ ਹੈ ਜਦ ਤੱਕ ਬਾਰਿਸ਼ ਉਹ ਹਟ ਨਹੀਂ ਜਾਂਦੀ। ਤੁਸੀਂ ਤੁਰਨਾ ਤੁਰੇ ਜਾਓ, ਲੇਕਿਨ ਬੜੇ ਲੋਕ ਜਿਹੜੇ ਉਹ ਖਲੋ ਜਾਂਦੇ ਹੁੰਦੇ ਸੀ। ਬਸ ਖਲੋ ਕੇ ਅਸੀਂ, ਮੈਨੂੰ ਉਹ ਯਾਦ ਆ ਸਾਰੀ ਬਾਰਿਸ਼ ਐ ਖਲੋ ਕੇ 2-2, 3-3 ਘੰਟੇ ਜਿਹੜੇ ਆ ਉਹ ਸਾਰਿਆਂ ਨੇ, ਛੋਟੇ ਵੱਡੇ ਜਿਹੜੇ ਔਰਤਾਂ ਉਹਦੇ ਵਿੱਚ ਹੀ ਸਾਰੇ ਬਰਦਾਸ਼ਤ ਕਰਨੇ ਪੈਂਦੇ ਸੀ। ਤੇ ਇਸ ਤਰ੍ਹਾਂ ਮਤਲਬ ਸਾਡਾ ਉਹ ਟਾਈਮ ਜਿਹੜਾ ਉਹ ਲੰਘਿਆ। ਔਰ ਜਿਹੜੀ ਮੈਨੂੰ ਹੋਰ ਗੱਲ ਯਾਦ ਹੈ ਕਿ ਅਸੀਂ ਵੀ ਜਦੋਂ ਤੁਰੇ ਉੱਥੋਂ ਤੇ ਕੁਝ ਖਾਣ ਪੀਣ ਵਾਲੀਆਂ ਚੀਜ਼ਾਂ ਮੇਰੀ ਮਾਂ ਨੇ ਬਣਾਈਆਂ ਹੋਈਆਂ ਸੀ, ਜਿਸ ਤਰ੍ਹਾਂ ਰਸਕ ਜਿਹੇ ਹੁੰਦੇ ਆ ਜਾਂ ਕੁਝ ਬਿਸਕੁਟ, ਉਹਨਾਂ ਦਾ ਇੱਕ ਪੀਪਾ ਭਰ ਕੇ ਰੱਖਿਆ, ਪਰ ਉਹਨੂੰ ਮਾਂ ਸਾਡੀ ਨੇ ਨਾ ਨਿੱਕਾ ਜਿਹਾ ਤਾਲਾ ਲਾਇਆ ਹੁੰਦਾ ਸੀ ਤੇ ਮੇਰੇ ਵੱਡੇ ਭਰਾ ਨੂੰ ਸਿਰ ਦੇ ਉੱਤੇ ਚੁਕਾਇਆ ਹੁੰਦਾ ਸੀ। ਤੇ ਇੱਕ ਜਿਹੜਾ ਪੀਪਾ ਪਾਣੀ ਦਾ ਭਰ ਕੇ ਤੇ ਉਹ ਮੇਰੀ ਮਾਂ ਨੇ ਆਪਣੇ ਸਿਰ ਦੇ ਉੱਤੇ ਰੱਖਿਆ ਹੋਣਾ ਕਿ ਸਾਫ਼ ਪਾਣੀ ਜਿਹੜਾ ਉਹ ਰਸਤੇ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ। ਸਾਨੂੰ ਕਿਸੇ ਨੇ ਦੱਸਿਆ ਸੀ ਕਿ ਪਾਣੀ ਦੇ ਨਾਲ ਬਿਮਾਰੀਆਂ ਬੜੀਆਂ ਫੈਲਦੀਆਂ, ਮਾੜੇ ਪਾਣੀ ਨਾਲ। ਤੇ ਉਹ ਗੱਲ ਹੋਈ ਬੜਿਆਂ ਥਾਵਾਂ ਦੇ ਉੱਤੇ ਹੈਜ਼ੇ ਨਾਲ ਬੜੇ ਲੋਕ ਜਿਹੜੇ ਰਾਹ ਵਿੱਚ ਮਰੇ ਵੀ ਬੜੇ ਆ। ਜਿਹੜਾ ਬਿਮਾਰ ਹੋ ਗਿਆ ਉਹਦੀ ਕਿਸੇ ਨੇ ਇਲਾਜ ਕੋਈ ਨਹੀਂ ਹੋਇਆ, ਉਹਨੂੰ ਉੱਥੇ ਛੱਡ ਦਿੱਤਾ, ਉੱਥੇ ਦਾ ਉੱਥੇ ਹੀ। ਔਰ ਜਿਹਨਾਂ ਲੋਕਾਂ ਨੇ ਨਾਲ ਕੋਈ ਆਪਣਾ ਕੋਈ ਸਾਜ਼ੋ ਸਮਾਨ ਚੁੱਕਣ ਦੀ ਕੋਸ਼ਿਸ਼ ਕੀਤੀ ਹੋਏਗੀ, ਕੋਈ ਕੀਮਤੀ ਚੀਜ਼ਾਂ ਨਾਲ, ਜਿਸ ਤਰ੍ਹਾਂ ਲਓ ਜੀ ਕੋਈ ਸੋਇੰਗ ਮਸ਼ੀਨ, ਸਿੰਗਰ ਮਸ਼ੀਨ ਬੜੀ ਮਸ਼ਹੂਰ ਸੀ ਉਦੋਂ, ਕੋਈ ਕੰਪਨੀ ਜਾਂ ਪਫ ਜਾਂ ਸਿੰਗਰ, ਤੇ ਜਾਂ ਕੋਈ ਗ੍ਰਾਮੋਫੋਨ ਲਓ ਜੀ ਚੁੱਕ ਕੇ ਲੈ ਜਾਓ। ਪਰ ਕੋਈ ਕਿਸੇ ਨੇ ਇੱਥੋਂ ਜਿਹੜੇ ਅਖੀਰ ਤੱਕ ਕੋਈ ਉਹਨੂੰ ਚੁੱਕ ਕੇ ਲਿਆ ਨਹੀਂ ਸਕਦਾ। ਔਰ ਸਾਰੇ ਕਿਸੇ ਨੇ ਉੱਥੇ ਖੱਬੇ ਰੱਖ ਦਿੱਤਾ, ਕਿਸੇ ਨੇ ਸੱਜੇ ਰੱਖ ਦਿੱਤਾ। ਤੇ ਬਸ ਤੁਸੀਂ ਦੇਖ ਕੇ ਕਿਸੇ ਦੀ ਕੋਈ ਚੀਜ਼ ਪਈ ਆ, ਕੋਈ ਬਕਸਾ ਪਿਆ ਹੋਇਆ, ਕੋਈ ਸੂਟਕੇਸ ਪਿਆ ਹੋਇਆ, ਕਿਉਂਕਿ ਤੁਰਨਾ ਹੀ ਪੈਣਾ ਚੁੱਕ ਕੇ। ਤੇ ਅਸੀਂ ਤੇ ਬਾਹਲਾ ਸਮਾਨ ਚੁੱਕਿਆ ਹੀ ਨਹੀਂ ਸੀ। ਅਸੀਂ ਬਹੁਤ ਕਹਿ ਲਓ ਖੁਸ਼ਕਿਸਮਤ ਪਰਿਵਾਰ ਸਾਂ, ਸਾਰੇ ਜੀ ਅਸੀਂ ਇੱਥੇ ਇੰਟੈਕਟ ਪਹੁੰਚ ਗਏ। ਲੇਕਿਨ ਲਗਾਤਾਰ ਮੇਰਾ ਖਿਆਲ ਕੋਈ 1500 ਕਿਲੋਮੀਟਰ ਬਣਦੇ ਆ ਜਿਹੜੇ ਅਸੀਂ ਪੈਦਲ ਤੁਰੇ ਸਾਂ। ਸਾਨੂੰ ਕੋਈ 65-66 ਦਿਨ ਲੱਗ ਗਏ ਸੀ ਉੱਥੋਂ ਤੁਰ ਕੇ ਘਰ ਇੱਥੋਂ ਤੱਕ ਪਹੁੰਚਣ ਦੇ ਵਿੱਚ। ਇਹ ਤੇ ਅਸੀਂ ਬਹੁਤ ਵੀਡੀਓ ਦੇਖੇ ਆ। ਅਸੀਂ 1947 ਦਾ, ਜਿੱਦਾਂ ਉਦੋਂ ਵੀ ਲੋਕੀ ਬੈਲ ਗੱਡੀਆਂ ਤੇ ਆ ਰਹੇ ਨੇ, ਪਰ ਇਹ ਮੇਰੇ ਲਈ ਵੀ ਨਵੀਂ ਜਾਣਕਾਰੀ ਹੈ ਕਿ ਤੁਸੀਂ ਕਿਸ ਤਰ੍ਹਾਂ ਕਿੰਨੇ ਦਿਨ ਪੈਦਲ ਚੱਲ ਕੇ, ਤੁਸੀਂ ਦੱਸਿਆ ਹੁਣ 60 ਤੋਂ 65 ਦਿਨ ਪੈਦਲ ਚੱਲ ਕੇ ਜਿਹੜਾ ਭਾਰਤ ਵੱਲ ਨੂੰ ਵਾਪਸ ਆਏ ਨੇ। ਉਦੋਂ ਇਹ ਗੱਲ 1947 ਤੋਂ ਪਹਿਲਾਂ ਜਿਹੜੀ ਵਿਸ਼ਵ ਜੰਗ ਜੋ ਹੋਈ ਹੈ, ਇਹ ਉਦੋਂ ਦੀ ਤੁਸੀਂ ਦੱਸ ਰਹੇ ਜੇ। ਤੇ ਇਹ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਇਸ ਤਰ੍ਹਾਂ ਕਿੱਦਾਂ ਉੱਥੋਂ ਵੀ ਕਾਫੀ ਸਿੱਖਾਂ ਨੂੰ ਉਸ ਵਕਤ ਕਿੰਨੇ ਤੁਸੀਂ ਦੱਸਿਆ ਕਿੰਨੇ ਕੁ ਲੋਕ ਖਾਸ ਕਰਕੇ ਭਾਰਤੀ ਜਾਂ ਖਾਸ ਕਰਕੇ ਸਿੱਖ ਜਿਹੜੇ ਨੇ ਉਹਨਾਂ ਨੂੰ ਏਦਾਂ ਵਾਪਸ ਆਉਣਾ ਪਿਆ। ਤੇ ਦੂਜੀ ਗੱਲ ਜਿਹੜੇ ਤੁਸੀਂ ਦੱਸਿਆ, ਜਦੋਂ ਵਿਸ਼ਵ ਜੰਗ ਲੱਗੀ, ਕਿ ਸਿੱਖ ਫੌਜੀ ਵੀ ਸਨ ਉਦੋਂ ਬ੍ਰਿਟਿਸ਼ ਆਰਮੀ ਵਿੱਚ, ਤੇ ਉਹਨਾਂ ਨੇ ਜਾਪਾਨੀ ਫੌਜਾਂ ਨਾਲ ਟਾਕਰਾ ਜਾਂ ਕਿਸ ਤਰ੍ਹਾਂ ਉਹ ਵੀ ਉਹਨਾਂ ਨੇ ਕੀਤਾ ਗਿਆ। ਉਹ ਰਸਤੇ ਵਿੱਚ ਕਾਫੀ ਚਲੋ ਸਪੋਰਟ ਸਾਨੂੰ ਹੈਗੀ ਸੀ, ਥਾਂ ਥਾਂ ਦੇ ਉੱਤੇ ਕੈਂਪ ਲੱਗੇ ਹੋਏ ਹੁੰਦੇ ਸੀ। ਲੇਕਿਨ ਉਹ ਕੈਂਪ ਹੁੰਦੇ ਸੀ ਓਵਰਨਾਈਟ ਰਹਿਣ ਵਾਸਤੇ। ਕਿਤੇ ਜੇ ਇੱਕ ਜਗ੍ਹਾ ਦੇ ਉੱਤੇ ਤੁਸੀਂ 2 ਦਿਨ ਰਹਿ ਲੈਣਾ, ਉਹਦੇ ਬਾਅਦ ਕਹਿਣਾ ਜੀ ਇਹ ਕੈਂਪ ਜਿਹੜਾ ਸ਼ੁੱਕਰਵਾਰ ਇੱਥੋਂ ਸਾਰਿਆਂ ਨੇ ਚੱਲ ਜਾਣਾ। ਉਹਦੇ ਬਾਅਦ ਫਿਰ 1-2 ਦਿਨ ਬਾਅਦ ਕੋਈ ਨਵੇਂ ਯਾਤਰੀ ਆ ਜਾਂਦੇ ਹੋਣਗੇ। ਬਸ ਉੱਥੇ ਉਹਨਾਂ ਨੇ ਤੁਹਾਨੂੰ ਜਿਹੜੇ ਨੇ ਦਾਲ ਦੇ ਦੇਣੀ ਜਾਂ ਥੋੜਾ ਜਿਹਾ ਆਟਾ ਦੇ ਦੇਣਾ ਜਾਂ ਚੌਲ ਦੇ ਦੇਣੇ, ਤੇ ਬਾਕੀ ਜੋ ਮਰਜ਼ੀ ਕਰੋ। ਫਿਰ ਲੋਕੀ ਆਪੋ ਆਪਣੇ 2-3 ਇੱਟਾਂ ਲੈ ਕੇ ਆਲੇ ਦੁਆਲੇ ਤੋਂ ਕੋਈ ਬਾਲਣ ਬੋਲਣ ਲੈ ਕੇ ਕਿਸੇ ਚੀਜ਼ ਦੇ ਵਿੱਚ ਆਪ ਹੀ ਚੌਲ ਬਣਾ ਲੈਣੇ ਤੇ ਦਾਲ ਬਣਾ ਲੈਣੀ ਤੇ ਬਸ ਇਸ ਤਰ੍ਹਾਂ ਖਾਣਾ। ਤੇ ਉਹ
ਚਲੋ ਬਹੁਤ ਕਠਿਨਾਈ ਵਾਲਾ ਸਮਾਂ ਸੀ, ਪਰ ਅਸੀਂ ਉਹਨੂੰ ਤਕਰੀਬਨ ਮੇਰੀ ਮਾਂ ਸੀ ਉਹ ਬਹੁਤ ਕਹ ਲਓ ਸਮਝਦਾਰ ਸੀ, ਨੌਲੇਜ ਬੜਾ ਸੀ, ਅਵੇਅਰਨੈਸ ਬੜੀ ਸੀ, ਤੇ ਉਹਨਾਂ ਦੀ ਕਹ ਲਓ ਯੋਜਨਾਬੰਦੀ ਜਿਹੜੀ ਹੈ ਸਾਡੀ ਸਾਰਾ ਸਫ਼ਰ ਉਹਨਾਂ ਦੇ ਕਰਕੇ ਬੜਾ ਠੀਕ ਠਾਕ ਰਿਹਾ। ਔਰ ਇੱਕ ਵਾਰੀ ਮੇਰੀ ਭਰਜਾਈ ਦਾ ਇੱਕ ਛੋਟਾ ਜਿਹਾ ਕਾਕਾ ਸੀ, ਉਹ ਬਿਮਾਰ ਹੋ ਗਿਆ ਤੇ ਉਹ ਕਹਿਣ ਕਿ ਇਹ ਬੱਚਾ ਜਿਹੜਾ ਹੈ ਤੁਸੀਂ ਅੱਗੇ ਨਹੀਂ ਲੈ ਕੇ ਜਾ ਸਕਦੇ, ਜਾਂ ਆਪ ਵੀ ਰਹੋ ਨਾਲ ਹੀ ਹੈ ਜੀ। ਪਰ ਪਤਾ ਨਹੀਂ ਕਿਸ ਤਰ੍ਹਾਂ ਉਹ ਬੱਚਾ ਉਹਨਾਂ ਅਲਾਉ ਕਰ ਦਿੱਤਾ ਤੇ ਉਹ ਬੱਚਾ ਠੀਕ ਵੀ ਹੋ ਗਿਆ। ਅਸੀਂ ਬੜੇ ਮਤਲਬ ਸਮੀਪ ਜੀ ਮਤਲਬ ਬੜਾ ਮਨ ਭਾਰਾ ਹੁੰਦਾ ਗੱਲਾਂ ਕਰਦਿਆਂ ਅਸੀਂ ਵੇਖੇ ਬੱਚੇ, ਮਾਵਾਂ ਨੇ ਪੁੱਤ ਜਿਹੜੇ ਨਾ ਐਵੇਂ ਰੁੱਖਾਂ ਦੇ ਨਾਲ ਬੰਨ੍ਹ ਕੇ, ਜਿਹੜੇ ਬਿਮਾਰ ਪੁੱਤ ਨੇ ਉਹਨਾਂ ਨੂੰ ਛੱਡ ਕੇ ਅੱਗੇ ਚਲ ਗਈਆਂ, ਬੱਚਿਆਂ ਨੂੰ ਮਰਨ ਦੇ ਵਾਸਤੇ ਛੱਡ ਕੇ। ਲੋਕਾਂ ਨੂੰ ਅਸੀਂ ਮਰਦੇ ਵੀ ਦੇਖਿਆ, ਮਰ ਚੁੱਕਿਆਂ ਨੂੰ ਵੀ ਦੇਖਿਆ, ਜ਼ਖਮੀ ਹਾਲਤ 'ਚ ਵੀ ਦੇਖਿਆ, ਖੱਬੇ ਸੱਜੇ ਇਸ ਤਰ੍ਹਾਂ ਦੀਆਂ ਡੈਡ ਬੋਡੀਜ਼ ਬਹੁਤ। ਔਰ ਬਸ ਉਸ ਵੇਲੇ ਕੋਈ ਵੇਖਣ ਦਾ ਕਿਸੇ ਨੂੰ ਟਾਈਮ ਨਹੀਂ, ਬਸ ਹਰ ਇੱਕ ਨੂੰ ਇਹ ਅੱਗੇ ਚਲੋ ਬਸ ਇਸ ਤਰ੍ਹਾਂ ਸੀ। ਤੇ ਉਹ ਜਦੋਂ ਇੱਥੇ ਆ ਕੇ ਤੇ ਹੋਰ 4-5 ਸਾਲ ਬਾਅਦ ਸੰਨ 47 ਦੇ ਵਿੱਚ ਜੋ ਕੁਝ ਵਾਪਰਿਆ ਉਹ ਇੰਨਾ ਜ਼ਿਆਦਾ ਸੀ ਕਿ ਉਹਦੇ ਵਿੱਚ ਇਹ ਸਭ ਕੁਝ ਬਰਮਾ ਵਾਲਾ ਜਿਹੜੇ ਸਾਰਾ ਸੀ ਨਾ, ਸਾਰੀ ਕਥਾ ਜਿਹੜੀ ਹੈ ਉਹ ਸਾਰੀ ਛੁਪ ਗਈ ਤੇ ਚਲੋ ਇਟ ਬਿਕੇਮ ਸੈਕੰਡਰੀ। ਵੈਸੇ ਕਸ਼ਟ ਦੇ ਹਿਸਾਬ ਦੇ ਨਾਲ ਜਿਹੜਾ ਇੱਕ ਉਹ ਬਰਮਾ ਵਾਲਾ ਸਫ਼ਰ ਜਿਹੜਾ ਉਹ ਕਿਸੇ ਨਾਲੋਂ ਘੱਟ ਨਹੀਂ ਸੀ। ਜਿਹੜੇ ਪਾਕਿਸਤਾਨ ਤੋਂ ਜਿਹੜੇ ਲੋਕ ਆਏ ਉਹ ਤੇ ਜਾਨ ਬਚਾ ਕੇ ਆਏ ਲੋਕਾਂ ਕੋਲੋਂ ਜੀ, ਦੂਸਰੀ ਜਿਹੜੀ ਆ ਦੂਸਰੇ ਧਰਮ ਦੇ ਲੋਕਾਂ ਕੋਲੋਂ, ਇੱਧਰ ਵਾਲੇ ਉੱਧਰ ਗਏ, ਉੱਧਰ ਵਾਲੇ ਇੱਧਰ ਆਏ। ਸਾਨੂੰ ਇਸ ਤਰ੍ਹਾਂ ਦਾ ਖਤਰਾ ਤਾਂ ਕੋਈ ਨਹੀਂ ਸੀ। ਸਰਕਾਰ ਵੱਲੋਂ ਜੋ ਕੁਝ ਹੋ ਸਕਦਾ ਸੀ ਉਹ ਮਾੜਾ ਮੋਟਾ ਅਵੇਲੇਬਲ ਹੈ ਸੀ, ਪਰ ਗਿਣਤੀ ਇੰਨੀ ਜ਼ਿਆਦਾ ਸੀ ਕਿ ਏਡੀ ਵੱਡੀ ਇਵੈਕੂਏਸ਼ਨ ਵਾਸਤੇ ਮੇਰਾ ਖਿਆਲ ਹੈ ਬ੍ਰਿਟਿਸ਼ ਗਵਰਨਮੈਂਟ ਪ੍ਰੀਪੇਅਰਡ ਨਹੀਂ ਸੀ ਕਿ ਸਾਰਾ ਸੂਬੇ ਦਾ ਸੂਬਾ ਹੀ ਇੱਥੇ ਮਤਲਬ ਹਿੰਦੁਸਤਾਨ ਜਿਹੜੇ ਸਾਰੇ ਇਵੈਕੂਏਟ ਕਰਨਾ ਪਏਗਾ। ਐਡੀ ਓਵਰਨਾਈਟ ਇੰਨਾ ਇੰਤਜ਼ਾਮ ਹੋ ਵੀ ਨਹੀਂ ਸਕਦਾ, ਔਰ ਸਾਰੇ ਲੋਕ ਪੈਦਲ ਹੀ ਆਉਣਗੇ ਇਹਦਾ ਤੇ ਕਿਸੇ ਨੂੰ ਮੇਰਾ ਖਿਆਲ ਕੋਈ ਕਾਬੂ ਖਿਆਲ ਨਹੀਂ ਸੀ। ਪਰ ਅਸੀਂ ਸਾਰੇ ਆਏ, ਔਰ ਉਹ ਸਾਡੇ ਨਾਲ ਹੋਰ ਕਈ ਪਰਿਵਾਰ ਆਏ ਗਏ, ਅਸੀਂ ਇਕੱਲੇ ਥੋੜਾ ਸਾਂ। ਕਿੰਨੀ ਕੁ ਗਿਣਤੀ ਹੋਏਗੀ ਉਸ ਵੇਲੇ, ਕੋਈ ਅੰਦਾਜ਼ਾ? ਹਾਂਜੀ, ਕਿੰਨੀ ਗਿਣਤੀ ਸੀ ਆਈ ਮੀਨ ਜਿਹੜੇ ਆਏ ਨੇ ਪਰਿਵਾਰ, ਜਾਂ ਕਿੰਨੇ ਕੁ ਲੋਕ ਜਿਹੜੇ ਮਾਈਗ੍ਰੇਟ ਕੀਤੇ ਨੇ ਉਸ ਵਕਤ? ਅਸੀਂ ਸਾਨੂੰ ਤੇ ਉਸ ਵੇਲੇ ਗਿਣਤੀ ਕਰਨ ਦੀ ਇੰਨੀ ਸਮਝ ਨਹੀਂ ਸੀ। ਆ ਕੇ ਜੋ ਪਤਾ ਲੱਗਾ ਵੀ ਕੋਈ 4-5 ਲੱਖ ਦੇ ਕਰੀਬ ਲੋਕ ਜਿਹੜੇ ਉਹ ਇੱਧਰ ਆਏ ਆ। ਇਹ ਕਿੱਥੋਂ ਤੱਕ ਇਹ ਫਿਗਰ ਠੀਕ ਹੈ ਇਹ ਮੈਨੂੰ ਮੈਂ ਕੁਛ ਨਹੀਂ ਕਹਿ ਸਕਦਾ। ਬਹੁਤ ਵੱਡੀ ਗਿਣਤੀ। ਤੇ ਇਸੇ ਤਰ੍ਹਾਂ ਜਿਹੜੇ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ, ਜਿਹੜੇ ਜਦੋਂ ਜੰਗ ਚੱਲ ਰਹੀ ਸੀ ਤੇ ਕੁਝ ਸਿੱਖ ਫੌਜੀ ਵੀ ਉਦੋਂ ਬ੍ਰਿਟਿਸ਼ ਦੀ ਆਰਮੀ 'ਚ ਸ਼ਾਮਲ ਸੀ ਤੇ ਉਦੋਂ ਉਹਨਾਂ ਨੇ ਵੀ ਉੱਥੇ ਜੰਗ ਲੜੀ। ਫਿਰ ਜਿਹੜੇ ਤੁਸੀਂ ਜਿਸ ਤਰ੍ਹਾਂ ਦੱਸ ਰਹੇ ਜੇ ਕਿ ਬੱਚਿਆਂ ਨੂੰ ਤੇ ਮਹਿਲਾਵਾਂ ਨੂੰ ਤੇ ਹੋਰਾਂ ਨੂੰ ਤੇ ਭੇਜ ਦਿੱਤਾ ਗਿਆ, ਤੇ ਇਸ ਤਰ੍ਹਾਂ ਕਿਸੇ ਦੇ ਜਿਹੜੇ ਪਿਤਾ ਨੇ, ਫਾਦਰ ਨੇ, ਉਹ ਵੀ ਉੱਥੇ ਰਹਿ ਗਏ ਜਾਂ ਉਹਨਾਂ ਨੇ ਜੰਗਾਂ ਲੜੀਆਂ, ਬਾਅਦ ਚੋਂ ਜੰਗ ਲੜੀ ਉਹਨਾਂ ਦੇ ਨਾਲ? ਉਹਨਾਂ ਮੇਰਾ ਬ੍ਰਦਰ ਨਾ ਮੇਰੇ ਤੋਂ ਸੀ 20 ਸਾਲ ਵੱਡਾ ਸੀ, ਵਿਆਹਿਆ ਸੀ, ਤੇ ਉਹਨੇ ਇੱਕ ਆਪਣਾ ਭੇਸ ਬਦਲਾ ਕੇ ਨਾ ਯਾਨੀ ਕਿਸੇ ਨੇ ਕਿਹਾ ਵੀ ਤੂੰ ਗੁੱਤ ਕਰ ਲਾ, ਜੂੜਾ ਕਰਨ ਦੀ ਬਜਾਏ ਗੁੱਤ ਕਰ ਲਾ, ਤੇ ਉਹਦੇ ਸਿਰ ਦੇ ਉੱਤੇ ਉਹਦਾ ਚੁੰਨੀ ਜਿਹੀ ਲੈ ਕੇ ਉਸ ਜਿੱਥੇ ਉਹ ਲੰਘਣ ਨਹੀਂ ਸੀ ਨਾ ਦੇਣ ਵਾਲੇ ਉਹਦੇ ਵਿੱਚ ਉਹ ਇੱਕ ਔਰਤ ਦੇ ਭੇਸ ਵਿੱਚ ਉਹ ਸਾਡੇ ਨਾਲ ਆ ਗਿਆ ਜੀ, ਮੇਰਾ ਮੇਰੇ ਤੋਂ ਵੱਡਾ ਭਰਾ। ਤੋ ਬਾਕੀ ਸਾਰੇ ਔਰਤਾਂ ਸੀ, ਭਰਜਾਈਆਂ ਸੀ ਮੇਰੀਆਂ 2, ਤੇ ਇਹ ਭਰਾ ਮੇਰੀ ਮਾਂ ਤੇ ਮੇਰੀਆਂ ਭੈਣਾਂ 2, ਤੇ ਅਸੀਂ ਬੱਚੇ ਸਾਂ। ਇਸ ਤਰ੍ਹਾਂ ਅਸੀਂ ਇੱਥੇ ਆਏ ਸਾਂ। ਤੇ ਜਿਸ ਵੇਲੇ ਇੱਥੇ ਅੰਮ੍ਰਿਤਸਰ ਪਹੁੰਚੇ ਤੇ ਸਾਨੂੰ ਬੜੀ ਕਹਿ ਲਓ ਥੋੜੀ ਹੈਰਾਨੀ, ਤੇ ਸਾਨੂੰ ਇਹ ਹੁੰਦਾ ਸੀ ਵੀ ਜਿਹਨੇ ਕਹਿ ਲਓ ਪੱਗ ਬੰਨੀ ਹੈ ਨਾ ਉਹ ਪੰਜਾਬੀ ਆ, ਤੇ ਜਿਹਨੇ ਪੱਗ ਨਹੀਂ ਬੰਨੀ ਉਹ ਪੰਜਾਬੀ ਨਹੀਂ ਹੋ ਸਕਦਾ। ਸਾਡੇ ਮੀਨਿੰਗ ਕਨਸੈਪਟ ਇਹ ਬਣੇ ਹੋਏ ਸੀ ਉੱਥੇ ਬਰਮਾ ਦੇ ਵਿੱਚ। ਤੇ ਇੱਥੇ ਅਸੀਂ ਦੇਖਣਾ ਕੋਈ ਟਾਂਗਾ ਚਲਾ ਰਿਹਾ, ਸਿਰ ਤੇ ਪੱਗ ਬੰਨੀ, ਉਹ ਦੇਖੋ ਜੀ ਉਹ ਤੇ ਇੱਕ ਪੰਜਾਬੀ ਟਾਂਗਾ ਚਲਾਉਂਦਾ ਪਿਆ, ਔਰ ਇੱਕ ਪੰਜਾਬੀ ਆਹ ਕੰਮ ਕਰ ਰਿਹਾ, ਉਹ ਕੰਮ ਕਰ ਰਿਹਾ। ਤੋ ਸਾਨੂੰ ਆਪ ਨੂੰ ਬਹੁਤੀ ਪੰਜਾਬੀ ਕਲਚਰ ਨੂੰ ਅਸੀਂ ਬਹੁਤਾ ਨੇੜਿਓਂ ਇੰਨੀ ਨਹੀਂ ਸੀ ਵੇਖਿਆ ਹੋਇਆ ਉੱਥੇ। ਤੇ ਇਹ ਬੋਲੀ ਵੀ ਪੰਜਾਬੀ ਜਿਹੜੀ ਉਹ ਘਰ ਵਿੱਚ ਤੇ ਬੋਲਦੇ ਸੀ, ਪਰ ਇੰਨੀ ਵਾਈਡ ਸਪਰੈਡ ਜਿਹੜਾ ਯੂਜ਼ ਸੀ ਉਹਦੇ ਵਿੱਚ ਸਾਨੂੰ
ਕਹ ਲਓ ਬਹੁਤ ਸਾਰੀਆਂ ਕਹ ਲਓ ਇਹੋ ਜਿਹੀਆਂ ਐਕਸਪ੍ਰੈਸ਼ਨਸ ਨੇ ਜਿਹੜੀਆਂ ਸਾਨੂੰ ਆਪ ਨੂੰ ਉਹ ਵਰਤਣ ਦੇ ਵਿੱਚ ਕੌਨਫੀਡੈਂਸ ਨਹੀਂ ਸੀ ਹੁੰਦਾ। ਮੁੰਡੇ ਨਿੱਕੇ ਨਿੱਕੇ ਇੱਕ ਦੂਜੇ ਨੂੰ ਕਹ ਲਓ ਕੋਈ ਬੜਾ ਲਫ਼ਜ਼ ਵੀ ਕਹਿਣਾ ਤੇ ਅਸੀਂ ਕਹਿਣਾ ਤੇ ਉਹ ਲਫ਼ਜ਼ ਜਿਹੜਾ ਬਲਕਿ ਆਪਣੇ ਦੇ ਉੱਤੇ ਹੀ ਆ ਰਿਹਾ ਹੁੰਦਾ ਸੀ ਤੇ ਅਗਲੇ ਨੇ ਹੱਸਣਾ ਤੇ ਸਾਨੂੰ ਸਮਝ ਨਾ ਲੱਗਣੀ ਗੱਲ ਕੀ ਹੋਈ ਹੈ। ਤੇ ਹੌਲੀ ਹੌਲੀ ਫਿਰ ਕਹ ਲਓ ਤੇ ਜਿਹੜੀ ਬੋਲੀ ਸੀ ਉਹ ਉੱਥੇ ਉੱਥੇ ਕਿਹੜੀ ਬੋਲੀ, ਉਹਨਾਂ ਦੀ ਬੋਲੀ ਨੂੰ ਕੀ ਕਹਿੰਦੇ ਨੇ? ਉੱਥੇ ਬੋਲੀ ਜਿਹੜੀ ਹੈ ਨਾ ਤੇ ਆਮ ਅਸੀਂ ਪਰਿਵਾਰ 'ਚ ਤੇ ਪੰਜਾਬੀ ਬੋਲਦੇ ਸਾਂ ਤੇ ਹਾਂਜੀ ਆਲੇ ਦੁਆਲੇ ਦੇ ਵਿੱਚ ਹਿੰਦੀ ਤੇ ਸਕੂਲ ਦੇ ਵਿੱਚ ਸ਼ੁਰੂ ਕੀਤੀ ਸੀ ਉਹਨਾਂ ਨੇ ਬਰਮੀਜ਼ ਦੇ ਵਿੱਚ ਜਿਹੜੇ ਨਾ ਪਹਿਲੇ 5 ਲੈਟਰ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਕਾ ਖਾ ਗਾ ਖਾ ਗਾ ਹੈ ਨਾ ਇਦਾਂ ਉੱਥੇ ਹਾਂਜੀ ਹੁੰਦੇ ਕਾਦੀ ਖਾਗੋਏ ਗਾਵੇਂ ਗਾਵੀ ਗਾ ਕਾਦੀ ਖਾਗੋਏ ਗਾਵੇਂ ਗਾਵੇ ਨਾ ਇੰਜ ਕਰਕੇ ਤੋ ਉਹ ਓਰੀਜਨਲ ਉਹ ਸਾਨੂੰ ਹੁਣ ਗੱਲਾਂ ਭੁੱਲ ਭੱਲ ਗਈਆਂ ਉਹਨਾਂ ਦੀਆਂ, ਪਰ ਬਰਮੀਜ਼ ਉਹ ਇੱਕ ਕਹਿ ਲਓ ਉਹਨਾਂ ਦੀ ਇੱਕ ਕੰਪਲਸਰੀ ਸਬਜੈਕਟ ਸੀਗਾ ਛੋਟੇ ਬੱਚਿਆਂ ਦੇ ਵਾਸਤੇ। ਤੇ ਮੈਂ ਉਸ ਵੇਲੇ ਤੀਸਰੀ ਜਮਾਤ 'ਚ ਹੋਇਆ ਹੀ ਸੀ ਜਦੋਂ ਦੀ ਇਹ ਗੱਲ ਹੈ। ਤੇ ਇੱਥੇ ਆ ਕੇ ਮੈਂ ਫਿਰ ਤੀਸਰੀ ਜਮਾਤ 'ਚ ਦਾਖਲ ਨਹੀਂ ਹੋਇਆ ਕਿਉਂਕਿ ਇੱਥੇ ਤੇ ਜ਼ਿਆਦਾ ਉਰਦੂ ਦਾ ਬੋਲਬਾਲਾ ਸੀ ਉਸ ਜਾਂ ਸਮੇਂ ਉਰਦੂ ਉਰਦੂ ਸੀ ਦਾ ਸੀਗਾ। ਅਰਥਮੈਟਿਕ ਸੀ ਤੇ ਉੱਥੇ ਸੀ ਅਰਥਮੈਟਿਕ ਪੜਾਉਂਦੇ ਇਹਦੇ ਨਾਲ ਐਬੇਕਸ ਨਾਲ ਤੇ ਉਹ ਸਾਡਾ ਜਿਹੜਾ ਉੱਥੋਂ ਦੀ ਪੜ੍ਹਾਈ ਆ ਇੱਥੇ ਉਹ ਬਿਲਕੁਲ ਚੱਲ ਨਹੀਂ ਸਕੇ। ਮੈਂ ਫਿਰ ਦੁਬਾਰਾ ਚਲੋ ਪਹਿਲੀ ਜਮਾਤ 'ਚ ਦਾਖਲ ਹੋਇਆ ਬਲਕਿ ਕੱਚੀ ਵਿੱਚ ਹੀ, ਪਰ ਜਲਦੀ ਮੇਰਾ ਮੇਕਅਪ ਕਰ ਲਿਆ। ਮੇਰੇ 2 ਸਾਲ ਦਾ ਨੁਕਸਾਨ ਜਿਹੜਾ ਸੀ ਉਹ ਹੋਣਾ ਸੀ। ਮੈਂ ਉਹ 1 ਸਾਲ ਜਿਹੜਾ ਰਿਕਵਰ ਕਰ ਲਿਆ ਕਿਸੇ ਤਰ੍ਹਾਂ ਤੇ ਬਾਕੀ 1 ਸਾਲ ਮੇਰਾ ਆਮ ਮੁੰਡਿਆਂ ਨਾਲੋਂ ਮੈਂ ਕਰੋ ਉਮਰ ਦੇ ਵਿੱਚ ਵੱਡਾ ਸਾਂ। ਤੇ ਤੁਸੀਂ ਜਦੋਂ ਆਏ ਤੇ ਸਿੱਧਾ ਅੰਮ੍ਰਿਤਸਰ ਸਾਹਿਬ ਤੁਸੀਂ ਪਹੁੰਚੇ ਤੇ ਇੱਥੇ ਸ਼ਹਿਰ ਵਾਲੀ ਜਿਹੜਾ ਅਸੀਂ ਕਵਾਂਗੇ ਤੁਸੀਂ ਉੱਧਰ ਹੀ ਜਿਹੜਾ ਤੁਸੀਂ ਆਪਣਾ ਘਰ ਜਿਹੜਾ ਹੈ ਤੁਸੀਂ ਉੱਥੇ ਫਿਰ ਐਜੂਕੇਸ਼ਨ ਆਪਣੀ ਪ੍ਰਾਪਤ ਕੀਤੀ। ਤੇ ਜਿਹੜਾ ਤੁਸੀਂ ਦੱਸਿਆ ਕਿ ਸਮਾਂ ਲੱਗਾ ਕੁਝ ਬੋਲੀ ਕਰਕੇ ਜਾਂ ਕਿਸ ਤਰ੍ਹਾਂ ਵੀ ਹੈ, ਤੇ ਹਾਂਜੀ ਇਹ ਓਬਵੀਅਸ ਹੈ ਜੀ ਸਾਰਿਆਂ ਨੂੰ ਜਦੋਂ ਵੀ ਕਿ ਆਉਣਾ ਕਿਤੇ ਵਿਦੇਸ਼ ਤੋਂ ਵੀ ਜਾਂ ਕਿਤੇ ਵੀ, ਅਸੀਂ ਇੰਡੀਆ ਤੋਂ ਵੀ ਕਾਫੀ ਬੱਚੇ ਜਦੋਂ ਬਾਹਰ ਜਾਂਦੇ ਨੇ ਤੇ ਉਹਨਾਂ ਨੂੰ ਕੁਝ ਸਮਾਂ ਲੱਗਦਾ ਹੈ। ਪਰ ਇਹ ਜਿਹੜੀ ਤੁਸੀਂ ਗੱਲ ਦੱਸੀ ਬੜਾ ਜਾਣਨ ਵਾਲੀ ਹੈ ਕਿ ਕਿਸ ਤਰ੍ਹਾਂ ਬੋਲੀਆਂ ਦਾ ਉੱਥੇ ਉਸ ਸਮੇਂ ਉੱਥੇ ਕੋਈ ਗੁਰਦੁਆਰਾ ਸਾਹਿਬ ਸੀਗੇ ਜੇ ਤੁਹਾਨੂੰ ਕੁਝ ਯਾਦ ਹੋਵੇ? ਉੱਥੇ ਗੁਰਦੁਆਰਾ ਤੇ ਸਭ ਤੋਂ ਵੱਡਾ ਗੁਰਦੁਆਰਾ ਯਾਦ ਹੈ ਰੰਗੂਨ ਦਾ, ਤੇ ਜਾਂ ਫਿਰ ਉੱਥੇ ਮਾਂਡਲੇ ਇਹ ਜ਼ਿਆਦਾ ਜਿਹੜੇ ਨਾ ਇਹਨਾਂ ਦੇ ਪਗੋਡੇ ਹੁੰਦੇ ਸੀ ਬਰਮਾ ਦੇ ਵਿੱਚ ਜਿਹੜੇ ਉੱਥੋਂ ਦੇ ਲੋਕਾਂ ਦੇ, ਇਹ ਬਰਮੀ ਦੇ ਲੋਕ ਨੇ ਨਾ ਉਹਨਾਂ ਦੀ ਧਾਰਮਿਕ ਸਥਾਨ ਪਗੋਡਾ ਕਹਿੰਦੇ ਆ। ਤੇ ਸਭ ਤੋਂ ਵੱਡਾ ਪਗੋਡਾ ਉਹਨਾਂ ਦਾ ਸ਼ਵਾਡਗਨ ਪਗੋਡਾ ਰੰਗੂਨ ਦੇ ਵਿੱਚ ਹੀ ਆ। ਤੇ ਉਹ ਪਗੋਡਾ ਦੇ ਵਿੱਚ ਨਾ ਉਹਨਾਂ ਦੀਆਂ ਕਰਕੇ ਛੱਤਾਂ ਹੁੰਦੀਆਂ, ਪਤਾ ਨਹੀਂ 9 ਛੱਤਾਂ ਰੱਖਣੀਆਂ ਪੈਂਦੀਆਂ ਉਹਨਾਂ ਨੂੰ ਆਪਣੇ ਉਹਨਾਂ ਦੇ ਧਰਮ ਦੇ ਵਿੱਚ ਕੋਈ ਹੈ ਟ੍ਰੈਡੀਸ਼ਨ ਉਹਨਾਂ ਦੀਆਂ। ਤੇ ਉਹਦੀ ਸ਼ਕਲ ਤੋਂ ਪਤਾ ਲੱਗ ਜਾਂਦਾ ਹੈ ਵੀ ਉਹ ਯਾਨੀ ਜਿਸ ਤਰ੍ਹਾਂ ਦੇ ਤੁਸੀਂ ਦੇਖਦੇ ਜੈਪਨੀਜ਼ ਜਿਹੜੇ ਪੈਗੋਡਾਸ ਉਹ ਉੱਥੇ ਵੀ ਦੇਖ ਸਕਦੇ ਜੇ। ਤੇ ਗੁਰਦੁਆਰੇ ਤੇ ਮੈਨੂੰ ਇੱਕੋ ਹੀ ਰੰਗੂਨ ਵਾਲੇ ਦਾ ਹੀ ਯਾਦ ਹੈ। ਤੇ ਬਾਕੀ ਲੋਕੀ ਅਸੀਂ ਇੱਥੇ ਜਿੱਥੇ ਰਹਿੰਦੇ ਸੀ ਮਾਂਡਲੇ ਦੇ ਲਾਗੇ ਮੰਜਾਨ ਦੇ ਵਿੱਚ, ਉਹ ਰੇਲਵੇ ਦੇ ਕੁਆਟਰ ਸਨ ਤੇ ਕੁਆਟਰਾਂ ਦੇ ਵਿੱਚ ਰੇਲਵੇ ਲਾਈਨ ਦੇ ਨਾਲ ਨਾਲ 15-20 ਕੁਆਟਰ ਹੋਣਗੇ। ਉਹ ਸਾਰੇ ਜਿਹੜੇ ਆ ਉਹ ਰੇਲਵੇ EMPLOYEES ਉਹਨਾਂ ਦੇ ਵਿੱਚੋਂ ਬਹੁਤੇ ਪੰਜਾਬੀ ਸੀ। ਔਰ ਉਹ ਉੱਥੇ ਐਤਵਾਰ ਨੂੰ ਆਸਾ ਦੀ ਵਾਰ ਦਾ ਉਹ ਪ੍ਰੋਗਰਾਮ ਰੱਖਦੇ ਹੁੰਦੇ ਸੀ ਸਵੇਰੇ ਸਵੇਰੇ। ਤੇ ਉਹ ਬੜੇ ਜਿਹੜੇ ਜਿੰਨੀ ਕੁ ਉੱਥੇ ਪੋਪੂਲੇਸ਼ਨ ਹੈਗੀ ਆ 25-30 ਆਦਮੀ ਪਰਿਵਾਰ ਜਿਹੜੇ ਸਾਰੇ ਬੱਚੇ ਸਮੇਤ ਉੱਥੇ ਆ ਜਾਂਦੇ ਸੀ। ਤੇ ਉਹਦੇ ਬਾਅਦ ਅੰਨ ਪਾਣੀ ਛੋਟਾ ਮੋਟਾ ਇਹ ਚੱਲਦਾ ਸੀ। ਗੁਰਦੁਆਰਾ ਉੱਥੇ ਮੇਰਾ ਨਹੀਂ ਖਿਆਲ ਕੋਈ ਉਦੋਂ ਨਹੀਂ ਸੀ ਹੈਗਾ, ਛੋਟਾ ਮੰਜਾਨ ਦੇ ਵਿੱਚ ਨਹੀਂ ਸੀ ਹੈਗਾ, ਮਾਂਡਲੇ 'ਚ ਹੈਗਾ ਸੀ ਤੇ ਰੰਗੂਨ ਦਾ ਮੈਨੂੰ ਪਤਾ, ਹੋਰ ਨਹੀਂ। ਹਾਂਜੀ, ਮੈਂ ਕੁਝ ਇਤਿਹਾਸ ਸਰਚ ਕਰ ਰਿਹਾ ਸੀ ਤੇ ਉੱਥੋਂ ਪਤਾ ਲੱਗਾ ਕਿ ਉੱਥੇ ਮਿਆਂਮਾਰ ਵਿੱਚ ਕਾਫੀ ਗੁਰਦੁਆਰੇ ਨੇ ਉੱਥੇ, ਤੇ ਜਿਹੜੀ ਮਿਆਂਮਾਰ ਦੀ ਕਮਿਊਨਿਟੀ ਹੈ ਹੁਣ ਉੱਥੇ ਬਰਮਾ ਦੇ ਜਿਹੜਾ ਸ਼ਹਿਰ ਉੱਥੇ ਮਿਆਂਮਾਰ ਤਕਰੀਬਨ 2 ਤੋਂ 3 ਹਜ਼ਾਰ ਜਿਹੜੀ ਸਿੱਖ ਕਮਿਊਨਿਟੀ ਇਸ ਸਮੇਂ ਜਿਹੜੀ ਹੈ ਉਹ ਉੱਥੇ ਵਸੀ ਹੋਈ ਹੈ ਇਸ ਸਮੇਂ। ਪਰ ਕਾਫੀ ਗਿਣਤੀ ਜਿੱਦਾਂ ਤੁਸੀਂ ਦੱਸਿਆ ਕਿ ਉਸ ਵੇਲੇ ਜਦੋਂ ਜੰਗ ਵੇਲੇ ਤੇ ਤੁਹਾਡੇ ਪਿਤਾ ਜੀ ਜਦੋਂ ਉਹ ਵੀ ਫਿਰ ਤੁਹਾਡੇ ਨਾਲ ਆ ਕੇ ਫਿਰ ਤੁਹਾਡਾ ਇੱਥੇ ਸਾਰਾ ਵਸੇਵਾ ਕਿੱਦਾਂ ਤੁਸੀਂ ਦੱਸਿਆ ਤੁਸੀਂ ਸਕੂਲ ਗਏ ਜਾਂ ਕਿਸ ਤਰ੍ਹਾਂ ਤੁਹਾਡਾ ਸਾਰਾ ਕੀ ਸਰਕਾਰ ਵੱਲੋਂ ਉਸ ਵਕਤ ਬ੍ਰਿਟਿਸ਼ ਗਵਰਨਮੈਂਟ ਨੇ ਕੁਝ ਜਿਸ ਤਰ੍ਹਾਂ ਤੁਸੀਂ ਦੱਸਿਆ ਉੱਥੇ ਆ ਕੇ ਕੁਝ ਜ਼ਮੀਨ ਦਿੱਤੀ ਜਾਂ ਕਿੱਦਾਂ ਵੀ ਉਸ ਤਰ੍ਹਾਂ ਕਿ ਸਾਰਾ ਤੁਹਾਨੂੰ ਆਪੇ ਸਟਰਗਲ ਕਰਕੇ ਫੈਮਿਲੀ ਨੂੰ ਜਾਂ ਹੋਰ ਫੈਮਿਲੀਜ਼ ਨੂੰ ਵੀ ਜਿਹੜੀਆਂ ਤੁਹਾਡੇ ਨਾਲ ਆਈਆਂ ਨੇ
ਕਿਸ ਤਰ੍ਹਾਂ ਉਹਨਾਂ ਨੇ ਸਾਰਾ ਫਿਰ ਆਪਣਾ ਸੈਟਲਮੈਂਟ ਕੀਤੀ? ਮੇਰੇ ਪਿਤਾ ਜੀ ਨਾ ਉਹ ਸਾਡੇ ਨਾਲ ਨਹੀਂ ਸੀ ਆਏ। ਨਾਲ ਇਸ ਕਰਕੇ ਨਹੀਂ ਸੀ ਆਏ ਵੀ ਸਾਨੂੰ ਤਾਂ ਨਿਕਲਣਾ ਪੈ ਗਿਆ ਸੀ। ਹਾਂਜੀ ਇਵੈਕੂਏਸ਼ਨ ਜਿਹੜੀ ਹੈ, ਮੈਸ ਇਵੈਕੂਏਸ਼ਨ, ਉਹ ਆਲਮੋਸਟ ਓਵਰਨਾਈਟ, ਤੇ ਉਹਨਾਂ ਹਾਂਜੀ ਨੇ ਹਾਲੇ ਰਿਟਾਇਰਮੈਂਟ ਉਹਨਾਂ ਦੀ ਹੋਣ ਦੇ ਵਿੱਚ ਮਹੀਨਾ ਕੁ ਬਾਕੀ ਸੀ ਹਾਂਜੀ ਫਾਦਰ ਦੇ। ਉਹਦੇ ਬਾਅਦ ਫਿਰ ਉਹਨਾਂ ਨੂੰ ਕੋਈ ਆਪਣੇ ਡਿਊਜ਼ ਵਗੈਰਾ ਲੈਣੇ ਆ, ਰਿਟਾਇਰਮੈਂਟ ਬੈਨੀਫਿਟਸ ਜਿਹੜੇ ਵੀ, ਉਹ ਫਿਰ ਬਾਅਦ ਚ ਉਹ ਦੱਸਣ ਵਾਲੀ ਗੱਲ ਇਹ ਆ, ਭਾਈ ਹੋਰੀ ਦੱਸਦੇ ਹੁੰਦੇ ਸੀ ਕਿ ਜਦੋਂ ਉਹ ਰਿਟਾਇਰ ਹੋ ਗਿਆ ਤੇ ਉਹਨਾਂ ਨੂੰ ਆਪਣਾ ਜਿਹੜਾ ਨਾ ਪ੍ਰੋਵੀਡੈਂਟ ਫੰਡ ਤੇ ਉਹਦਾ ਸਾਰਾ ਇੱਕ ਚੈੱਕ ਮਿਲ ਗਿਆ, ਔਰ ਉਹ ਚੈੱਕ ਮਿਲਿਆ ਇੰਪੀਰੀਅਲ ਬੈਂਕ ਆਫ ਇੰਡੀਆ ਦਾ। ਉਦੋਂ ਸਟੇਟ ਬੈਂਕ ਨਹੀਂ ਸੀ ਹੁੰਦਾ, ਇੰਪੀਰੀਅਲ ਬੈਂਕ ਆਫ ਇੰਡੀਆ ਦਾ, ਔਰ ਇਹਦਾ ਉੱਥੇ ਹੈਡ ਆਫਿਸ ਹੁੰਦਾ ਸੀ ਰੰਗੂਨ ਚ। ਤੇ ਉੱਥੋਂ ਉਹਨਾਂ ਨੇ ਉਹ ਚੈੱਕ ਜਿਹੜਾ ਉਹ ਡਰਾਫਟ ਜਿਹੜਾ ਉਹ ਉੱਥੋਂ ਬਣਵਾ ਕੇ ਤੇ ਆਪਣੇ ਅੰਮ੍ਰਿਤਸਰ ਉਹ ਲੈ ਕੇ ਆਉਣਾ, ਔਰ ਉਹ ਡਰਾਫਟ ਮਨੀ ਜਿਹੜਾ ਉਹ ਜਿੱਦਾਂ ਉੱਥੋਂ ਟੈਲੀਗ੍ਰਾਮ, ਉਹਨਾਂ ਨੇ ਟੈਲੀਗ੍ਰਾਫਿਕ ਮੈਸੇਜ ਜਿਹੜਾ ਇੱਥੇ ਅੰਮ੍ਰਿਤਸਰ ਉਹਨਾਂ ਨੇ ਫਲੈਸ਼ ਕਰ ਦਿੱਤਾ। ਬਾਅਦ ਵਿੱਚ ਉਹ ਬੰਬ ਜਿਹੜਾ ਨਾ ਬੈਂਕ ਉਹ ਬੰਬਾਰਡ ਹੋ ਗਿਆ, ਯਾਨੀ ਦੇ ਜਿਹੜਾ ਡਰਾਫਟ ਉੱਥੋਂ ਇੱਧਰ ਫਲੈਸ਼ ਹੋਇਆ, ਉਹ ਕਹ ਲਓ ਸਾਡੀ ਕਿਸਮਤ ਕਿ ਉਹ ਲਾਸਟ ਡਰਾਫਟ ਸੀਗਾ ਉਸ ਬੈਂਕ ਦਾ। ਬਾਅਦ ਵਿੱਚ ਉਹ ਬੈਂਕ ਜਿਹੜਾ ਬਿਲਕੁਲ ਇੱਕਦਮ ਮਰਿਆ ਮੇਟ ਹੋ ਗਿਆ ਸੀ, ਇੰਪੀਰੀਅਲ ਬੈਂਕ ਆਫ ਇੰਡੀਆ। ਤੇ ਉਹ ਵੀ ਫਿਰ ਬਾਅਦ ਚੋਂ ਜਦੋਂ ਮਹੀਨਾ ਬਾਅਦ ਜਾਂ ਕਿਸ ਤਰ੍ਹਾਂ ਰਿਟਾਇਰਮੈਂਟ ਲੈ ਕੇ ਫਿਰ ਉਹ ਇੱਥੇ, ਤੇ ਕੀ ਉਸ ਸਮੇਂ ਹਾਲਾਤ ਜਿਹੜੇ ਸੀ ਉਹ ਠੀਕ ਹੋ ਗਏ ਸਨ ਫਿਰ ਆ ਕੇ? ਤੇ ਉਹ ਫਿਰ ਜਦੋਂ ਆਏ ਤੇ ਇੱਥੇ ਆ ਕੇ ਫਿਰ ਉਹਨਾਂ ਨੇ ਕੰਮ ਕਾਜ ਜਾਂ ਕਿਸ ਤਰ੍ਹਾਂ ਤੁਹਾਡੀ ਪੜ੍ਹਾਈ ਵੀ ਜਿਹੜੀ ਹੈ ਉਹ ਫਿਰ ਸਾਰੀ ਅੰਮ੍ਰਿਤਸਰ ਹੀ ਹੋਈ ਹੈ? ਉਸ ਵੇਲੇ ਫਿਰ ਉਹਨਾਂ ਨੇ ਪਹਿਲਾਂ ਕੋਸ਼ਿਸ਼ ਕੀਤੀ ਕਿ ਸ਼ਾਇਦ ਕੋਈ ਬਿਜ਼ਨਸ ਕਰ ਲਈਏ। ਕੁਛ ਚਿਰ ਮੇਰੇ ਪਿਤਾ ਜੀ ਨੇ ਕੋਈ 5-7 ਮੱਝਾਂ ਲਈਆਂ ਕਿ ਚਲੋ ਦੁੱਧ ਜਿਹੜਾ ਉਹ ਵੇਚ ਲਿਆ ਕਰਾਂਗੇ। ਕੋਈ ਕਵੇ ਤੂੰ ਕਰਾਸ ਲਾ ਲਾ, ਕੋਈ ਕਵੇ ਤੂੰ ਆਹ ਕਰ ਲਾ। ਫਿਰ ਪਰ ਇੰਟਰਸਟ ਹੋਏਗਾ ਤੁਹਾਨੂੰ ਜਾਣਨ ਵਿੱਚ ਕਿ ਮੇਰੇ ਪਿਤਾ ਜੀ ਰਿਟਾਇਰਮੈਂਟ ਦੇ ਬਾਅਦ ਉਹਨਾਂ ਨੇ ਸਾਡੇ ਪਿੰਡ ਜਿਹੜੇ ਨਾ ਜਿੱਥੇ ਮੇਰਾ ਜਨਮ ਹੋਇਆ ਸੀ, ਜੰਡਿਆਲੇ ਭੰਗਵੀ ਪਿੰਡ, ਭੰਗਵਾਂ ਦੇ ਵਿੱਚ ਉਹਨਾਂ ਨੇ ਫਿਰ ਕਰੋ ਆਪਣੀ ਖੇਤੀ ਜਿਹੜੀ ਹੈ ਨਾ, 2 ਕਿੱਲੇ ਸਾਡੇ ਹੈਗੇ ਸੀ ਉੱਥੇ, 2-2.5, ਉੱਥੇ ਉਹਨਾਂ ਨੇ ਆਪਣੀ ਫਾਰਮਿੰਗ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਇੱਕ ਜੋਗ ਨਾਲ। ਇੱਕ ਗੋਕਾ ਸੀ, ਇੱਕ ਮਹਿਰੂ ਸੀ, ਉਹਦੇ ਨਾਲ ਬਸ ਇਸ ਤਰ੍ਹਾਂ ਉਹ ਫਾਰਮਿੰਗ ਦੇ ਨਾਲ ਸਾਡਾ ਅੰਨ ਪਾਣੀ ਚੱਲਦਾ ਰਿਹਾ। ਜਿਹੜੀ ਉਹਨਾਂ ਦੀ ਕਹਿ ਲਓ ਉੱਥੋਂ ਉਹਨਾਂ ਨੂੰ ਰਿਟਾਇਰਡ ਬੈਨੀਫਿਟਸ ਜਿਹੜੇ ਮਿਲੇ ਸੀ, ਉਹਨਾਂ ਨਾਲ ਉਹਨਾਂ ਨੇ ਮੇਰੇ ਫਾਦਰ ਨੇ ਮੇਰੀਆਂ ਭੈਣਾਂ ਦੇ ਵਿਆਹ ਕੀਤੇ, ਥੋੜਾ ਸਾਡੀ ਪੜ੍ਹਾਈ ਕੀਤੀ ਸ਼ੁਰੂ ਕਰਵਾਈ। ਬਸ ਇਸ ਤਰ੍ਹਾਂ ਚੱਲਦਾ। ਕੀ ਉਸ ਤੋਂ ਬਾਅਦ ਤੁਹਾਡਾ ਕਦੀ ਜਾਣ ਹੋਇਆ ਬਰਮਾ ਉਸ ਤੋਂ ਬਾਅਦ, ਜਦੋਂ ਆਜ਼ਾਦੀ ਤੋਂ ਬਾਅਦ ਭਾਰਤ ਦੇ ਵੰਡ ਤੋਂ ਬਾਅਦ, ਜਾਂ ਕਿਸ ਤਰ੍ਹਾਂ? ਆ ਗਏ ਬਹੁਤ ਥੋੜੇ ਲੋਕ ਹੀ ਜਿਹੜੇ ਆ ਉੱਥੇ ਜਾਣ ਦੀ ਕੋਸ਼ਿਸ਼ ਕੀਤੀ। ਜਿਹੜੇ ਗਏ ਵੀ ਨਾ ਉਹ ਬਹੁਤਾ ਚਿਰ, ਕੋਈ ਹਜ਼ਾਰਾਂ ਵਿੱਚੋਂ 1-2 ਆਦਮੀ ਗਏ ਹੋਣਗੇ, ਬਹੁਤੇ ਨਹੀਂ ਗਏ। ਤੇ ਜਿਹੜੇ ਉਦੋਂ ਆਏ ਨਹੀਂ ਸੀ ਉਹ ਉੱਥੇ ਹਾਲੇ ਵੀ ਹੈਗੇ। ਤੇ ਉਹ ਵੈਸੇ ਬਰਮੀ ਪਾਪੂਲੇਸ਼ਨ ਜਿਹੜੀ ਨਾ ਬੜੀ ਫਰੈਂਡਲੀ ਯਾਰੀ, ਉਹਨਾਂ ਦੇ ਵਿੱਚ ਰਹਿਣਾ ਜਿਹੜਾ ਕੋਈ ਉੱਥੇ ਤੁਹਾਨੂੰ ਕੋਈ ਓਪਰਾਪਣ ਨਹੀਂ ਲੱਗਦਾ। ਬਰਮੀ ਹੁਣ ਵੀ ਜਿਹੜੇ ਉੱਥੇ ਰਹਿ ਰਹੇ ਨੇ ਲੋਕ, ਉਹ ਉੱਥੋਂ ਦੀ ਪਾਪੂਲੇਸ਼ਨ ਦੇ ਨਾਲ ਉਹਨਾਂ ਦੀ ਕੋਈ ਸ਼ਿਕਾਇਤ ਨਹੀਂ ਹੈਗੀ। ਤੇ ਬਿਲਕੁਲ ਉਸੇ ਤਰ੍ਹਾਂ ਦਾ। ਹਾਂ, ਆਪਣੀ ਜਿਹੜੀ ਇੱਕ ਵਿਲੱਖਣਤਾ ਹੈ, ਉਹ ਪੱਗ ਬਣ ਕੇ ਰੱਖਦੇ ਆ, ਲੁੰਗੀ ਜ਼ਰੂਰ ਪਾਉਂਦੇ ਆ। ਲੁੰਗੀ ਤੇ ਸਾਡੇ ਉਦੋਂ ਵੀ ਪਾਉਂਦੇ ਸੀ ਲੋਕੀ। ਹਾਂਜੀ, ਮੈਂ ਵੀ ਇਹ ਗੱਲ ਪੜ੍ਹੀ ਹੈ ਕਿ ਉੱਥੇ ਜਿਸ ਤਰ੍ਹਾਂ ਅਸੀਂ ਸੂਟ ਜਾਂ ਕਿਸ ਤਰ੍ਹਾਂ ਪਾਉਂਦੇ, ਉੱਥੇ ਲੁੰਗੀ, ਭਾਵੇਂ ਸਿੱਖ ਪਰਿਵਾਰ ਵੀ ਨੇ ਜਾਂ ਉਹ ਸਾਰੇ ਲੁੰਗੀ ਪਾਉਂਦੇ ਨੇ ਉੱਥੇ। ਤੇ ਇਸੇ ਤਰ੍ਹਾਂ ਜਿਹੜੇ ਲੇਡੀਜ਼ ਦੀ ਡਰੈਸਅਪ ਹੈ, ਉਹ ਵੀ ਜਿਸ ਤਰ੍ਹਾਂ ਅਸੀਂ ਤੇ ਜਦੋਂ ਗੁਰਦੁਆਰੇ ਜਾਂਦੇ ਜਾਂ ਹੁੰਦਾ, ਜਾਂ ਈਵਨ ਵਿਦੇਸ਼ ਵਿੱਚ ਵੀ ਜਦੋਂ ਆਪਣੇ ਜਦੋਂ ਪ੍ਰੋਗਰਾਮ ਹੁੰਦਾ ਤੇ ਸੂਟ ਪਾਉਂਦੇ ਨੇ, ਪਰ ਉਹਨਾਂ ਦਾ ਪਹਿਰਾਵਾ ਜਿਹੜਾ ਵਾ ਉਹ ਤਕਰੀਬਨ ਥੋੜਾ ਡਿਫਰੈਂਟ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉੱਥੇ ਲੁੰਗੀ ਜ਼ਿਆਦਾ ਸਾਰੇ ਲੋਕ ਪਾਉਂਦੇ ਨੇ। ਤੇ ਇਹ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਹੈ। ਆਈਵਨ ਸਾਨੂੰ ਕਾਫੀ ਲੋਕ, ਅਸੀਂ ਗੱਲ ਕਰਦੇ ਹਾਂ ਜੀ ਪਾਕਿਸਤਾਨ ਤੋਂ ਵੰਡ ਤੋਂ ਬਾਅਦ ਆਏ ਜਾਂ ਇਸ ਤਰ੍ਹਾਂ ਆਏ, ਪਰ ਇਹ ਜਿਹੜੀ ਜਾਣਕਾਰੀ ਕਿ ਬਰਮਾ ਵਿੱਚ ਵੀ ਕਾਫੀ ਸਿੱਖ ਸੀਗੇ, ਕਿਸ ਤਰ੍ਹਾਂ ਵਿਸ਼ਵ ਜੰਗ ਨੇ ਉਹਨਾਂ ਦਾ, ਮੈਂ ਕਹਾਂਗਾ ਉਜਾੜਾ ਹੀ ਕਹਾਂਗਾ ਇੱਕ ਤਰ੍ਹਾਂ ਨਾਲ, ਉਹਨਾਂ ਨੂੰ ਉੱਥੋਂ ਵਾਪਸ ਉੱਥੋਂ ਇਹਨਾਂ ਨੂੰ ਇੱਥੇ ਆਉਣਾ ਪਿਆ। ਤੇ ਜੇ ਵਿਸ਼ਵ ਜੰਗ ਨਾ ਹੁੰਦੀ ਤੇ ਤੁਸੀਂ, ਹੋ ਸਕਦਾ ਹੈ ਕਿ ਸਾਡੀ ਗੱਲਬਾਤ ਵੀ ਨਾ ਹੁੰਦੀ ਤੇ ਤੁਸੀਂ ਉੱਥੇ ਹੁੰਦੇ। ਤੇ ਇਹ ਇੱਕ ਬੜੀ ਇਤਿਹਾਸਕ, ਤੁਹਾਡੇ ਜਿਹੜੇ ਹੋਰ ਮਿੱਤਰ ਜਿਹੜੇ ਹੋਰ ਆਏ ਨੇ, ਉਹ ਕਾਫੀ ਜਾਣੇ ਕਿ ਉਹਨਾਂ ਨਾਲ ਕੁਝ ਯਾਦਾਂ ਜਾਂ ਕੁਝ ਰਹਿ ਗਏ ਉੱਥੇ, ਕੋਈ ਉਹਨਾਂ ਨਾਲ ਕੰਟੈਕਟ ਸੀਗਾ ਜਾਂ ਕੋਈ ਐਸੀ ਚੀਜ਼ ਕੋਈ ਸਾਂਝੀ ਕਰਨਾ ਚਾਹੋ? ਉਹ ਮੇਰੇ ਇੱਕ ਦੋਸਤ ਨੇ ਇੱਥੇ ਵਰਲਡ ਬੈਂਕ ਦੇ ਵਿੱਚ, ਉਹ ਰਿਟਾਇਰ ਹੋਏ ਹੁਣ, ਹਰਭਜਨ ਸਿੰਘ। ਹਾਂਜੀ। ਉਹ ਤੇ ਉਹਦੀ ਵਾਈਫ ਦੋਨੋਂ ਵਰਲਡ ਬੈਂਕ ਵਿੱਚੋਂ ਰਿਟਾਇਰਡ ਨੇ।
ਹਾਂਜੀ ਉਹ ਵੀ ਸਾਡੇ ਨਾਲ ਹੀ ਉਦੋਂ ਆਏ ਸੀ। ਤੇ ਉਹਨਾਂ ਕੋਲ ਕਿਉਂਕਿ ਉਹ ਵਾਈਟ ਪਾਸਪੋਰਟ ਆ ਯੂਨਾਈਟਿਡ ਨੇਸ਼ਨ ਦਾ, ਔਰ ਉਹ ਮੇਰਾ ਖਿਆਲ ਅੱਜ ਤੋਂ 25-30 ਸਾਲ ਪਹਿਲਾਂ ਉਹ ਬਰਮਾ ਗਏ ਸੀ। ਉਹ ਫਿਰ ਆਪਣੀ ਵਿਜ਼ਿਟ ਦੱਸਦਾ ਕਿ ਅਸੀਂ ਆਪਣਾ ਘਰ ਜਿਹੜਾ ਉਹ ਅਸੀਂ ਦੇਖ ਕੇ ਆਏ ਹਾਂ। ਉਹ ਜਿਹੜੇ ਉੱਥੋਂ ਦੇ ਜਿੰਨਾ ਜਿਹੜੇ ਲੋਕ ਉਹਦੇ ਵਿੱਚ ਰਹਿ ਰਹੇ, ਉਹਨਾਂ ਲੋਕਾਂ ਨੇ ਪਹਿਲਾਂ ਸਮਝਿਆ ਵੀ ਸ਼ਾਇਦ ਆਪਣਾ ਘਰ ਜਿਹੜਾ ਵਾਪਸ ਲੈਣ ਵਾਸਤੇ ਆਏ ਆ, ਜਾਂ ਕੋਈ ਆਪਣਾ ਕੋਈ ਕਲੇਮ। ਅਸੀਂ ਕਹਿੰਦਾ ਵੀ ਅਸੀਂ ਆਖਿਆ ਵੀ ਅਸੀਂ ਲੈਣ ਵਾਸਤੇ ਨਹੀਂ ਆਏ, ਕਦੀ ਤੁਹਾਨੂੰ ਸਾਰਿਆਂ ਨੂੰ ਮਿਲਣ ਵਾਸਤੇ ਹੀ ਆਏ ਆ। ਤੇ ਉਹਨਾਂ ਫਿਰ ਬੜਾ ਉਹਦਾ ਇੱਜ਼ਤ ਮਾਣ ਵੀ ਕੀਤੀ। ਤੇ ਉਹ ਬਾਕੀ ਸਾਰਾ ਕੁਝ ਦੇਖ ਕੇ ਬਦਲਿਆ ਤੇ ਮਨ ਚ ਤੇ ਆਉਂਦੀਆਂ ਆ ਨਾ ਗੱਲਾਂ। ਤੇ ਇਹ ਉਹ ਉੱਥੇ ਰਹਿੰਦੇ ਹੁੰਦੇ ਸੀ ਵਣਾ ਛਾਂ, ਜਗ੍ਹਾ ਹੈਗੀ ਵਣਾ ਛਾਂ। ਤੇ ਉਹ ਹਰਭਜਨ ਦੱਸਦਾ ਕਿ ਉਹਨਾਂ ਕੋਲ ਜਦੋਂ ਉਹ ਉੱਥੋਂ ਛੱਡ ਕੇ ਆਏ, ਕਹਿੰਦੇ ਹੁੰਦੇ ਉਹਨਾਂ ਦੇ ਕਹਿਣ ਮੁਤਾਬਕ, ਕਹਿੰਦੇ ਸਾਡੇ ਕੋਲ 2000 ਗਾਈਆਂ ਹੁੰਦੀਆਂ ਸੀ, ਔਰ ਉਹ ਗਾਈਆਂ ਜਿਹੜੀਆਂ ਉਹਨਾਂ ਨੂੰ ਕੋਈ ਰੱਸੀ ਨਹੀਂ ਪਾਉਣੀ, ਕੋਈ ਬੰਨਣਾ ਨਹੀਂ ਕਿਤੇ, ਬਸ ਛੱਡੀਆਂ ਜੰਗਲ 'ਚ ਹੀ ਆ। ਬਸ ਉਹਨਾਂ ਸਾਰਿਆਂ ਨੇ ਜਿਹੜਾ ਨਾ ਜਦੋਂ ਸ਼ਾਮ ਹੋਣੀ ਤੇ ਉਹਨਾਂ ਨੇ ਆਪਣੇ ਆਪ ਹੀ ਆ ਜਾਣਾ ਦੁੱਧ ਜਿਹੜਾ ਨਾ ਉਹ ਚੁਵਾਉਣ ਵਾਸਤੇ, ਹੈ ਜੀ। ਇਸੇ ਤਰ੍ਹਾਂ ਹੀ ਸਵੇਰੇ ਤੇ ਫਿਰ ਬਸ ਉਹ ਇਸ ਤਰ੍ਹਾਂ ਚਲੋ ਇਹਦਾ ਵਪਾਰ ਵੀ ਉਹ ਬਿਜ਼ਨਸ ਕਰਦੇ ਸੀ ਦੁੱਧ ਦਾ। ਤੇ ਯਾਨੀ 2000 ਗਾਈਆਂ ਜੋ ਭਾਵੇਂ 1-1 ਲੀਟਰ ਵੀ ਅਗਰ ਦਿੰਦੀਆਂ ਹੋਣ ਦੁੱਧ ਤੇ ਕਿੰਨਾ ਬਣ ਜਾਂਦਾ। ਪਰ ਹੁਣ ਉਹਨਾਂ ਆਪਣੇ ਉਹ ਮਕਾਨ ਜਿਹੜਾ ਜਾ ਕੇ ਉਹਨਾਂ ਨੇ ਜੋ ਦੇਖਿਆ, ਕਹਿੰਦਾ ਬਦਲੇ ਹੋਏ ਹਾਲਾਤ ਸਾਰੇ। ਨਹੀਂ ਬਹੁਤ ਜੀ, ਤੁਸੀਂ ਫਿਰ ਆ ਕੇ ਆਪਣੀ ਜਿਹੜੀ ਐਜੂਕੇਸ਼ਨ ਕਰਕੇ ਫਿਰ ਮੈਨੂੰ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ, ਤੁਸੀਂ ਗੁਰੂ ਰਾਮਦਾਸ ਸਕੂਲ ਪਹਿਲਾਂ ਸ਼੍ਰੋਮਣੀ ਕਮੇਟੀ ਜਿਹੜਾ ਹੈ ਉਸ 'ਤੇ ਪੜ੍ਹਾਇਆ, ਫਿਰ ਤੁਸੀਂ ਖਾਲਸਾ ਕਾਲਜ ਗਏ ਤੇ ਅੱਜ ਤੁਹਾਡੀ ਦੁਨੀਆ ਭਰ ਵਿੱਚ ਮੈਨੂੰ ਪੂਰੀ ਹੈ ਕਿ ਤੁਸੀਂ ਅੱਜ ਜਿਹੜਾ ਪ੍ਰੋਗਰਾਮ ਹੈ ਤੁਹਾਡਾ ਦੇਖ ਕੇ ਆਈ ਐਮ ਸ਼ੋਰ ਕਿ ਜਿੱਥੇ ਜਿੱਥੇ ਤੁਹਾਡੇ ਸਟੂਡੈਂਟਸ ਨੇ, ਖਾਸ ਕਰਕੇ ਖਾਲਸਾ ਕਾਲਜ ਜਦੋਂ ਤੁਸੀਂ ਇੰਨੇ ਸਾਲ ਇੰਗਲਿਸ਼ ਦੇ ਪ੍ਰੋਫੈਸਰ ਰਹੇ ਜੀ। ਬਰੀਫਲੀ ਦੱਸ ਦਵਾਂ ਨਾ, ਮੈਂ ਅਸੀਂ ਇੱਥੋਂ ਪੜ੍ਹਾਈ ਸ਼ੁਰੂ ਕੀਤੀ ਸੀ ਥਰੂ ਦੀ ਮੀਡੀਅਮ ਆਫ ਉਰਦੂ। ਯਾਨੀ ਸਾਨੂੰ ਜਦੋਂ ਅਸੀਂ 5ਵੀਂ ਵਿੱਚ ਸਕੂਲ ਦੇ ਵਿੱਚ ਗਏ ਹਾਂ, ਅਸੀਂ ਖਾਲਸਾ ਸਕੂਲ 'ਚ, ਤੇ ਗੁਟਕੇ ਵੀ ਜਿਹੜੇ ਆ ਜਪਜੀ ਸਾਹਿਬ ਦੇ, ਤੇ ਉਹ ਸਾਨੂੰ ਪ੍ਰੈਸਕ੍ਰਾਈਬਡ ਸੀ, ਪਰ ਉਹ ਉਰਦੂ ਸਕ੍ਰਿਪਟ ਵਿੱਚ ਗੁਟਕਾ ਸਭ ਤੋਂ ਪਹਿਲਾਂ ਅਸੀਂ ਦੇਖਿਆ। ਪੰਜਾਬੀ ਵਾਲੇ ਗੁਟਕੇ ਅਸੀਂ ਬਾਅਦ 'ਚ ਦੇਖੇ, ਬਲਕਿ ਹੈਰਾਨ ਹੁੰਦੇ ਸਾਂ, ਕਿਉਂਕਿ ਸਾਰਿਆਂ ਨੂੰ ਲੋਕਾਂ ਦੇ ਵਿੱਚ ਜਿਹੜੀ ਨਾ ਨੌਲੇਜ, ਜਿਹੜੀ ਲੈਂਗੁਏਜ ਜਿਹੜੀ ਆ ਉਹ ਪੜ੍ਹਿਆ ਲਿਖਿਆ ਦੀ, ਉਹ ਉਰਦੂ ਤੋਂ ਹੀ ਸ਼ੁਰੂ ਕਰਦੇ ਸੀ। ਹੌਲੀ ਹੌਲੀ ਪੰਜਾਬੀ ਵੀ ਆ ਗਈ। ਤੇ ਉਥੋਂ ਇੱਥੇ ਗੁਰੂ ਰਾਮਦਾਸ ਸਕੂਲ ਇੱਥੇ ਸਾਡੇ ਲਾਗੇ ਜਾਂ ਚਾਟੀਵਿੰਡ ਲਾਗੇ, ਉਥੋਂ ਮੈਂ ਹਾਈ ਸਕੂਲ ਕਰਕੇ ਤੇ ਫਿਰ ਖਾਲਸਾ ਕਾਲਜ ਚਲਾ ਗਿਆ ਸੀ। ਤੇ ਉਥੋਂ ਫਿਰ BSc ਕਰਕੇ ਤੇ ਮੈਂ ਥੋੜਾ ਚਿਰ ਸਕੂਲ 'ਚ ਪੜ੍ਹਾਇਆ, ਤੇ ਬਾਅਦ ਵਿੱਚ MA ਅੰਗਰੇਜ਼ੀ ਪ੍ਰਾਈਵੇਟ ਹੀ ਕਰ ਲਈ ਸੀ, ਤੇ ਉਹਦੇ ਕਰਕੇ ਖਾਲਸਾ ਕਾਲਜ ਲੱਗ ਗਿਆ ਮੈਂ ਕਾਲਜ ਦੇ ਵਿੱਚ। ਤੇ ਬਸ ਇਸ ਤਰ੍ਹਾਂ ਦਾ ਸਾਡਾ ਰਿਹਾ ਐਜੂਕੇਸ਼ਨਲ ਕੈਰੀਅਰ। ਮੇਰਾ ਜ਼ਿਆਦਾ ਸ਼ੌਕ ਤੇ ਸੋਚ ਜਿਹੜੀ ਜ਼ਿਆਦਾ ਵਿਗਿਆਨ ਵਾਲੇ ਪਾਸੇ ਆ। ਜਿਹੜੇ ਮੈਂ ਜਿੰਨਾ ਕੁ ਵਿਗਿਆਨ ਪੜ੍ਹਿਆ, ਮੈਂ ਤਕਰੀਬਨ 100% ਹੀ ਕਹਿ ਸਕਦਾ ਮੈਂ ਸਾਰੇ ਨੂੰ ਵਰਤਿਆ ਵੀ ਆ, ਔਰ ਉਹੀ ਮੇਰੀ ਸੋਚ ਦਾ ਕਹਿ ਲਓ ਆਧਾਰ ਹੁੰਦਾ। ਮੈਂ ਥੋੜਾ ਬਹੁਤਾ ਵਹਿਮਾਂ ਭਰਮਾਂ ਦੇ ਤੋਂ ਜਾਂ ਸੁਣੀ ਸੁਣਾਈ ਗੱਲ ਦੇ ਉੱਤੇ ਯਕੀਨ ਕਰਨ ਵਾਲੇ ਪਾਸੇ ਮੈਂ ਨਹੀਂ ਹੈਗਾ। ਹਰ ਗੱਲ ਨੂੰ ਮੈਂ ਯਾਨੀ ਪਰਤਾ ਕੇ ਆਪਣੇ ਕਹਿ ਲਓ ਲੌਜਿਕ ਦੇ ਨਾਲ ਟੈਸਟ ਕਰਦਾ, ਤੇ ਇਹੋ ਗੱਲਾਂ ਮੈਂ ਮੁੰਡਿਆਂ ਕੁੜੀਆਂ ਨੂੰ ਪੜ੍ਹਾਈਆਂ। ਤੇ ਨਹੀਂ ਜ਼ਰੂਰ, ਹਾਂਜੀ। ਮੈਂ ਕਈ ਵਾਰ ਤੁਸੀਂ ਦੱਸਿਆ ਇਹ ਬੜੀ ਇੰਪੋਰਟੈਂਟ, ਅਸੀਂ ਵੀ ਇੱਕ ਹੋਰ ਵੱਖਰਾ ਪ੍ਰੋਗਰਾਮ ਇਸ ਤਰ੍ਹਾਂ ਕਰਾਂਗੇ ਕਿ ਤੁਸੀਂ ਦੱਸ ਰਹੇ ਜਦੋਂ ਤੁਹਾਡੀ ਪੜ੍ਹਾਈ ਹੋਈ, ਜਦੋਂ ਗੁਟਕੇ ਜਦੋਂ ਪਾਠ ਕਰਨਾ, ਤੇ ਵੀ ਉਰਦੂ ਵਿੱਚ ਕਾਫੀ ਗੁਟਕੇ ਸਨ। ਤੇ ਹੁਣ ਅਸੀਂ ਜਿਸ ਤਰ੍ਹਾਂ ਦੇਖਦੇ ਕਈ ਵਾਰ ਇੱਥੇ ਜਦੋਂ ਵਿਦੇਸ਼ ਵਿੱਚ ਦੇਖੀਏ ਕਈ ਹਿੰਦੀ ਵਿੱਚ ਨੇ, ਪਰ ਉਸ ਸਮੇਂ ਤੁਸੀਂ ਦੱਸਿਆ ਕਿ ਈਵਨ ਜਦੋਂ ਤੁਸੀਂ ਖਾਲਸਾ ਸਕੂਲ ਵੀ ਸੀਗੇ, ਤੇ ਜੇ ਮੈਂ ਗਲਤ ਨਾ ਕਹਿ ਰਿਹਾ, ਤੇ ਉਦੋਂ ਗੁਟਕੇ ਤੁਸੀਂ ਉਰਦੂ ਵਿੱਚ ਵੀ ਹੁੰਦੇ ਸਨ, ਤੇ ਉੱਥੋਂ ਵੀ ਤੁਹਾਨੂੰ ਉਰਦੂ ਵਿੱਚ ਵੀ ਪੜ੍ਹਾਈ ਜਿਹੜੀ ਸੀਗੀ ਉਦੋਂ ਕਰਵਾਈ ਜਾਂਦੀ ਸੀ। ਚਲੋ ਹਾਂਜੀ ਹਾਂਜੀ। ਤੇ ਕੁਝ ਹੋਰ ਸੁਨੇਹਾ ਜੇ ਕੋਈ ਦੇਣਾ ਚਾਹੋ, ਕੋਈ ਖਾਸ ਜਾਣਕਾਰੀ, ਜ਼ਰੂਰ। ਅਸੀਂ ਸਮਾਂ ਹੁਣ ਹੋ ਰਿਹਾ ਹੈ, ਤੇ ਜੇ ਕੋਈ ਹੋਰ ਇਨਫੋਰਮੇਸ਼ਨ ਤੁਹਾਡੇ ਕੋਲ, ਬਹੁਤ ਹੀ ਮੈਂ ਕਹਾਂਗਾ ਬਹੁਤ ਹੀ ਅਹਿਮ, ਬਹੁਤ ਹੀ ਯਾਦ ਰੱਖਣ ਵਾਲੀਆਂ ਜਿਹੜੀ ਯਾਦਾਂ, ਤੇ ਸਾਨੂੰ ਗਾਂ ਇਤਿਹਾਸ ਵਿੱਚ ਵੀ ਯਾਦ ਰਵੇ ਕਿ ਦੇਖੋ ਕਿਸ ਤਰ੍ਹਾਂ ਉੱਥੋਂ ਸਾਡਾ ਕਾਫੀ ਸਿੱਖ ਪਰਿਵਾਰ ਵੀ, ਜਾਂ ਭਾਰਤੀ ਜਾਂ ਸਿੱਖ ਪਰਿਵਾਰ ਖਾਸ ਕਰਕੇ ਕਿੱਦਾਂ ਪੰਜਾਬ ਅੰਮ੍ਰਿਤਸਰ ਵੀ ਖਾਸ ਕਰਕੇ ਪਹੁੰਚੇ, ਤੇ ਵਿਸ਼ਵ ਜੰਗ ਦੇ ਦੌਰਾਨ, ਤੇ ਕਿੱਦਾਂ ਹਾਲੇ ਵੀ ਕੁਝ ਜਿਹੜੇ ਸਿੱਖ ਪਰਿਵਾਰ ਨੇ ਉੱਥੇ ਬਰਮਾ 'ਚ ਵਸੇ ਨੇ,
ਕੋਈ ਹੋਰ ਜਾਣਕਾਰੀ ਤੁਸੀਂ ਕੋਈ ਜਾਂ ਕੋਈ ਹੋਰ ਸੁਨੇਹਾ ਜਿਹੜਾ ਜਾਂ ਕੋਈ ਜਾਣਕਾਰੀ ਦੇਣਾ ਨਹੀਂ, ਚਾਹੋ? ਖਾਲੀ ਗੱਲ ਇਹੋ ਹੀ ਆ ਵੀ ਕਠਿਨਾਈਆਂ ਤੇ ਆਉਂਦੀਆਂ ਰਹਿੰਦੀਆਂ, ਹਾਂਜੀ ਇਕੱਲੇ ਵਿਅਕਤੀ ਨੂੰ ਵੀ ਆਉਂਦੀਆਂ, ਪਰਿਵਾਰ ਨੂੰ ਵੀ ਆਉਂਦੀਆਂ, ਔਰ ਕਮਿਊਨਿਟੀ ਨੂੰ ਵੀ ਆਉਂਦੀਆਂ। ਉਹ 'ਚ ਘਬਰਾਹਟ ਨਹੀਂ ਹੋਣੀ ਚਾਹੀਦੀ, ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ, ਔਰ ਅਵੇਅਰਨੈਸ ਦੇ ਵਿੱਚੋਂ ਕੁਝ ਨਾ ਕੁਛ ਸੋਲੂਸ਼ਨ ਵੀ ਜਿਹੜੀ ਹੈ ਨਾ ਨਿਕਲ ਆਉਂਦੀ ਹੁੰਦੀ ਹੈ। ਅੱਜ ਕੱਲ੍ਹ ਪੰਜਾਬ ਦੇ ਵਿੱਚ ਪੋਲੀਟੀਕਲ ਅਨਸਰਟਨਟੀ ਬੜੀ ਆ, ਔਰ ਉਹਦੇ ਵਿੱਚ ਘਾਟ ਹੈਗੀ ਆ ਜਿਹੜੀ ਕੈਰੈਕਟਰ ਦੀ। ਤੇ ਸਾਡਾ ਐਜੂਕੇਸ਼ਨ ਸਿਸਟਮ ਵੀ ਕੈਰੈਕਟਰ ਡਿਵੈਲਪਮੈਂਟ ਵਾਲੇ ਪਾਸੇ ਕਦੀ ਪਿਆ ਹੀ ਨਹੀਂ, ਕਦੀ ਵੀ ਨਹੀਂ ਪਿਆ, ਔਰ ਉਹਦੇ ਕਰਕੇ ਹੀ ਸਾਡਾ ਫਿਰ ਹਾਲਾਤ ਵੀ ਇਹੋ ਜਿਹੇ ਨੇ ਕਿ ਸਾਨੂੰ ਹੁਣ ਕ੍ਰਾਈਸਿਸ ਜਿਹੜਾ ਵੱਡਾ ਉਹ ਇਹੋ ਹੀ ਚਰਿੱਤਰ ਵਾਲਾ ਹੀ ਕ੍ਰਾਈਸਿਸ ਹੈਗਾ। ਵੇਖੋ ਹੌਲੀ ਹੌਲੀ ਨਿਕਲ ਜਾਏਗਾ ਇਹ ਵੀ। ਤੇ ਮੇਰੀਆਂ ਸਾਰਿਆਂ ਨੂੰ ਸ਼ੁਭ ਇੱਛਾਵਾਂ ਇਹੋ ਹੀ ਨੇ ਕਿ ਲੌਜਿਕ, ਡਿਸਿਪਲਿਨ, ਹਾਂਜੀ ਦਲੀਲ ਇਹਨਾਂ ਨੂੰ ਹਾਂਜੀ ਸਾਹਮਣੇ ਰੱਖਣ, ਔਰ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਸ ਇਸ ਤਰ੍ਹਾਂ ਸੋਲਵ ਹੋ ਸਕਦੀਆਂ। ਤਾਂ ਥੈਂਕ ਯੂ ਵੈਰੀ ਮਚ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਪ੍ਰੋਫੈਸਰ ਸਾਹਿਬ। ਇਹਨਾਂ ਦੀ ਰਿਹਾਇਸ਼ ਅੰਮ੍ਰਿਤਸਰ ਉੱਥੇ ਰਹਿੰਦੇ ਨੇ, ਖਾਸ ਕਰਕੇ ਸ਼ਹੀਦਾਂ ਬਾਬਾ ਦੀਪ ਸਿੰਘ ਸ਼ਹੀਦ, ਉਹਨਾਂ ਦਾ ਜਿਹੜਾ ਗੁਰਦੁਆਰਾ ਸਾਹਿਬ ਉੱਥੇ ਕੋਲ ਇਹਨਾਂ ਦੀ ਰਿਹਾਇਸ਼ ਹੈ। ਤੇ ਜੇਕਰ ਜਿਹੜੇ ਵੀ ਉਹਨਾਂ ਦੇ ਵਿਦੇਸ਼ ਵਿੱਚ ਕਿਤੇ ਵੀ ਜਾਂ ਕੋਈ ਸਟੂਡੈਂਟਸ ਹੋਣ, ਜ਼ਰੂਰ ਹੋ ਸਕਦਾ ਹੈ ਕਿ ਇਸ ਪ੍ਰੋਗਰਾਮ ਰਾਹੀਂ ਤੁਹਾਨੂੰ ਦੇਖ ਕੇ ਹੋਰ ਵੀ ਜਿਹੜੇ ਸਟੂਡੈਂਟਸ ਨੇ ਉਹ ਵੀ ਕਹਿਣ ਕਿ ਹਾਂਜੀ ਸਾਡੇ ਪ੍ਰੋਫੈਸਰ ਸਾਹਿਬ ਨੇ, ਤੇ ਹੋ ਸਕਦਾ ਤੁਹਾਡਾ ਉਹਨਾਂ ਨਾਲ ਮੇਲ ਵੀ ਹੋਵੇ। ਤੇ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਸੋ ਅਸੀਂ ਇੱਕ ਖਾਸ ਪ੍ਰੋਗਰਾਮ ਦਾ ਏਮ ਇਹੋ ਸੀਗਾ ਕਿ ਬਹੁਤ ਇਤਿਹਾਸ ਜਾਂ ਅਸੀਂ ਜਿਹੜਾ ਹੈ ਰੱਖ ਵੀ ਨਹੀਂ ਸਕੇ। ਕਈ ਵਾਰ ਅਸੀਂ ਆਪਣੀ ਹੈਰੀਟੇਜ ਦੀ ਵੀ ਗੱਲ ਕਰਦੇ ਹਾਂ, ਪਰ ਇਸੇ ਤਰ੍ਹਾਂ ਅਸੀਂ ਜਿਸ ਤਰ੍ਹਾਂ ਹੁਣ ਵਿਦੇਸ਼ ਵਿੱਚ ਬਹੁਤ ਹੀ ਵਿਸ਼ਵ ਜੰਗਾਂ ਦੇ ਮੈਮੋਰੀਅਲ ਬਣਾਏ ਜਾ ਰਹੇ ਨੇ, ਸਿੱਖਾਂ ਵੱਲੋਂ ਕੀਤਾ ਗਿਆ ਕੰਟਰੀਬਿਊਸ਼ਨ ਉਹ ਵੀ ਸਾਰਾ ਜਿਹੜਾ ਹਾਈਲਾਈਟ ਕੀਤਾ ਜਾ ਰਿਹਾ ਹੈ। ਸੋ ਇਸੇ ਤਰ੍ਹਾਂ ਇਹ ਕੋਸ਼ਿਸ਼ ਸੀਗੀ ਕਿ ਕਿਸ ਤਰ੍ਹਾਂ ਜਦੋਂ ਬ੍ਰਿਟਿਸ਼ ਦੇ ਵੇਲੇ ਕਿਸ ਤਰ੍ਹਾਂ ਪੰਜਾਬ ਤੋਂ ਵੀ, ਭਾਰਤ ਤੋਂ ਵੀ ਦੂਜੇ ਮੁਲਕਾਂ ਲਈ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਰੇਲਵੇ ਡਿਵੈਲਪਮੈਂਟ ਭਾਰਤ ਵਿੱਚ ਵੱਡਾ ਨੈਟਵਰਕ ਹੈ ਰੇਲਵੇ ਦਾ, ਤੇ ਇਹਦੇ ਵਿੱਚ ਯੋਗਦਾਨ ਇਹਨਾਂ ਦੇ ਫਾਦਰ ਦਾ ਵੀ ਰਿਹਾ ਹੈ। ਕਿਸ ਤਰ੍ਹਾਂ ਉਹਨਾਂ ਨੇ ਬਰਮਾ ਵਿੱਚ ਜਾ ਕੇ ਜਾਂ ਕਿਸ ਤਰ੍ਹਾਂ ਨੌਕਰੀ ਕਰਕੇ ਇਹ ਸਾਰਾ ਰੇਲਵੇ ਨੈਟਵਰਕ ਬਣਾਇਆ, ਤੇ ਉਸ ਤੋਂ ਬਾਅਦ ਕਿਵੇਂ ਉਹਨਾਂ ਪਰਿਵਾਰਾਂ ਨੂੰ ਵਾਪਸ ਵੀ ਆਉਣਾ ਪਿਆ ਜਾਂ ਕਿਸ ਤਰ੍ਹਾਂ ਉਹਨਾਂ ਦਾ ਯੋਗਦਾਨ ਰਿਹਾ ਹੈ। ਤੇ ਸਾਰਿਆਂ ਦਾ ਪ੍ਰੋਫੈਸਰ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਕੋਈ ਨਾ ਕੋਈ ਨਵੀਂ ਜਾਣਕਾਰੀ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ ਜੀ। ਬਹੁਤ ਬਹੁਤ ਧੰਨਵਾਦ।